कर जाने मनुख मत न पाई। वाहिगुरु जी का खालसा वाहिगुरु जी की फतेह। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਗੁਰਮੁਖ ਪਿਆਰਿਆਂ ਨੂੰ ਜੀ ਆਇਆਂ। ਇੱਕ ਦਿਨ ਦੀ ਛੁੱਟੀ ਤੋਂ ਬਾਅਦ ਅੱਜ ਫਿਰ ਅਸੀਂ ਇਕੱਠੇ ਹੋਏ ਹਾਂ। ਜਿਸ ਤਰ੍ਹਾਂ ਆਪ ਜੀ ਜਾਣਦੇ ਹੀ ਹੋ ਕਿ ਅੱਜ ਦਾ ਇਹ ਸਾਡਾ ਸੈਸ਼ਨ ਸਵਾਲ ਜਵਾਬ ਦਾ ਸੈਸ਼ਨ ਹੈ। ਆਪ ਜੀ ਵੱਲੋਂ ਭੇਜੇ ਸਵਾਲਾਂ ਦੇ ਜਵਾਬ ਪੈਨਲ ਮੈਂਬਰ ਵੱਖਰੇ ਵੱਖਰੇ ਸਵਾਲਾਂ ਦੇ ਜਵਾਬ ਦਿੰਦੇ ਹਨ। ਇਹ ਸਵਾਲ ਜਵਾਬ ਜੀ ਭੇਜਦੇ ਹੋ, ਇਹਨਾਂ ਤੇ ਪੈਨਲ ਮੈਂਬਰਸ ਬੈਠ ਕੇ ਵਿਚਾਰ ਕਰਦੇ ਹਨ। ਬਣੀ ਹੋਈ ਸਾਂਝੀ ਰਾਏ ਦੇ ਮੁਤਾਬਕ ਉਹ ਜਵਾਬ ਆਪ ਜੀ ਨਾਲ ਸਾਂਝੇ ਕੀਤੇ ਜਾਂਦੇ ਹਨ। ਫਿਰ ਸਵਾਲ ਐਸੇ ਹੁੰਦੇ ਹਨ ਜਿਨ੍ਹਾਂ 'ਚ ਹੋਰ ਵਿਚਾਰ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਫਿਰ ਅਗਲੇ ਹਫ਼ਤੇ ਲਈ ਰੱਖ ਲਿਆ ਜਾਂਦਾ ਹੈ, ਤਦ ਕਿ ਹੋਰ ਪੈਨਲ ਵਿੱਚ ਵਿਚਾਰ ਕਰਕੇ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਜਵਾਬ ਸਹੀ ਢੰਗ ਨਾਲ ਦਿੱਤੇ ਜਾ ਸਕਣ। ਸਾਰੇ ਸਵਾਲਾਂ ਦੇ ਜਵਾਬ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ, ਸਿੱਖ ਇਤਿਹਾਸ ਜੋ ਪ੍ਰਮਾਣਿਕ ਹੈ ਉਹਦੇ ਵਿੱਚੋਂ ਇਹ ਜਵਾਬ ਬਣਾਏ ਜਾਂਦੇ ਹਨ। ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਦੀਆਂ ਪੁਸਤਕਾਂ ਦਾ ਹਵਾਲਾ, ਇਹ ਸਾਰਾ ਕੁਝ ਇਸ ਸਵਾਲਾਂ ਦੇ ਜਵਾਬ ਦੇਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਜਿਵੇਂ ਹਰ ਵਾਰੀ ਬੇਨਤੀ ਕਰੀਦੀ ਹੈ ਕਿ ਇਹ ਗੱਲ ਜ਼ਰੂਰੀ ਨਹੀਂ ਇਹਨਾਂ ਜਵਾਬ ਦੇ ਨਾਲ ਸਾਰਿਆਂ ਦੀ ਸਹਿਮਤੀ ਹੋ ਜਾਏ, ਪਰ ਫਿਰ ਵੀ ਜਿੱਥੇ ਕਿਤੇ ਲੱਗੇ ਕਿ ਇਹ ਸਹਿਮਤੀ ਨਹੀਂ ਲੱਗਦੀ ਤਾਂ ਉਹ ਆਪ ਜੀ ਲਿਖਤੀ ਤੌਰ 'ਤੇ ਭੇਜ ਸਕਦੇ ਹੋ, ਤਦ ਕਿ ਉਸ ਸਵਾਲ ਨੂੰ ਦੁਬਾਰਾ ਵੀ ਵਿਚਾਰਿਆ ਜਾ ਸਕੇ ਪਰ ਆਪ ਜੀ ਦੇ ਨਾਲ ਉਹਦੀ ਵਿਚਾਰ ਸਾਂਝੀ ਕੀਤੀ ਜਾ ਸਕੇ। ਇਹ ਸੈਸ਼ਨ ਜੋ ਸਵਾਲ ਜਵਾਬ ਦਾ ਹੈ, ਵੀਰ ਰਾਜਾ ਸਿੰਘ ਜੀ ਜੋ ਟੋਰਾਂਟੋ ਤੋਂ ਹਨ, ਉਹ ਚਲਾਉਂਦੇ ਹਨ। ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰਨ ਜੀ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ ਜੀ। ਤੋ ਸਵਾਲ ਜਵਾਬ ਦਾ ਅੱਜ ਦਾ ਜੋ ਸੈਸ਼ਨ ਹੈ ਉਹ ਪ੍ਰਾਰੰਭ ਹੈ। ਸਭ ਤੋਂ ਪਹਿਲਾਂ ਜਿਹੜੇ ਪੈਨਲ ਮੈਂਬਰਾਨਸ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਸੰਗਤ ਨਾਲ ਫਤਿਹ ਸਾਂਝੀ ਕਰਨਗੇ। ਸਰਦਾਰ ਤੇਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ, ਉੱਥੇ ਅੱਧੀ ਰਾਤ ਪੈ ਚੁੱਕੀ ਹੈ ਪਰ ਸਤਿਗੁਰੂ ਦੀ ਕਿਰਪਾ ਨਾਲ ਇਹ ਸਾਡੇ 'ਚ ਸ਼ਾਮਲ ਨੇ। ਤੋਂ ਸਤਿਗੁਰੂ ਜੀ ਬਖਸ਼ਿਸ਼ ਬਣਾਏ ਰੱਖਣ, ਇਸੇ ਤਰ੍ਹਾਂ ਸਾਨੂੰ ਅਗਵਾਈ ਮਿਲਦੀ ਹੋਵੇ। ਵੀ ਤੇਜਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾ MP ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਸਾ ਮਨਮੋਹਨ ਸਿੰਘ ਜੀ ਪੁਲਿਸ ਸਰਕਲ ਤੋਂ, ਲੱਗਦਾ ਅਜੇ ਸ਼ਾਇਦ ਨਹੀਂ ਜੁੜੇ, ਹੁਣੇ ਥੋੜੀ ਦੇਰ ਪਹਿਲੇ ਮੇਰੇ ਨਾਲ ਗੱਲ ਹੋਈ ਸੀ ਉਹਨਾਂ ਦੀ, ਤਾਂ ਉਹ ਜੁਆਇਨ ਕਰ ਲੈਣਗੇ ਜੀ।
तो ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅੱਜ ਉਹਨਾਂ ਦੀ ਸਿਹਤ ਠੀਕ ਨਹੀਂ ਤੇ ਇਸ ਲਈ ਸ਼ਾਮਲ ਨਹੀਂ ਹੋ ਰਹੇ। ਵੀਰ ਹਰਜੀਤ ਸਿੰਘ ਜੀ ਨੇ ਆਪ ਜੀ ਨੂੰ ਪਹਿਲੇ ਫਤਿਹ ਸਾਂਝੀ ਕੀਤੀ ਹੈ। तो आओ सत्संगियों ਆਪਾਂ ਅੱਜ ਦੇ ਇਸ ਸਵਾਲ ਜਵਾਬ ਸੈਸ਼ਨ ਵੱਲ ਚੱਲੀਏ। तो ਹਰ ਵਾਰ ਦੀ ਤਰ੍ਹਾਂ ਸਾਡੇ ਕੋਲ ਵੱਖ-ਵੱਖ ਸਵਾਲ ਜਿਹੜੇ ਨੇ ਆਏ ਨੇ ਗੁਰਬਾਣੀ ਉਚਾਰਨ ਬਾਰੇ, ਗੁਰਬਾਣੀ ਦੇ ਕੁਝ ਸ਼ਬਦਾਂ ਦੇ ਭੇਦ ਭਾਵ ਬਾਰੇ ਔਰ ਇਤਿਹਾਸਕ ਹਵਾਲਿਆਂ ਦੀ ਗੱਲ ਔਰ ਇਸੇ ਤਰ੍ਹਾਂ ਜਿਹੜਾ ਹੈ ਤੇ ਹਾਂਜੀ ਤੇ ਕੁਝ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਦੇ ਜਿਸ ਜਿਹੜੀ ਰਚਨਾ ਅਸੀਂ ਪਾਠ ਕਰਦੇ ਹਾਂ ਤੇ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਉਹਨਾਂ ਬਾਰੇ ਸਾਡੇ ਕੋਲ ਸਵਾਲ ਆਏ ਨੇ। तो ਆਪਾਂ ਇੱਕ ਇੱਕ ਕਰਕੇ ਸਵਾਲ ਲੈਣੇ ਆ। ਮੈਂ ਸੰਗਤ ਤੋਂ ਪਹਿਲੇ ਹੀ ਮਾਫੀ ਮੰਗ ਲੈਣਾ ਕਿਉਂਕਿ ਗਿਆਨੀ ਜੀ ਅੱਜ ਨਹੀਂ ਆ ਸਕੇ, ਇਸ ਕਰਕੇ ਉਚਾਰਨ ਦਾ ਪੱਖ ਜਿਹੜਾ ਉਹਨਾਂ ਦੇ ਦੋ ਸਵਾਲ ਜਿਹੜੇ ਨੇ ਉਹ ਅੱਜ ਨਹੀਂ ਹੋ ਸਕਣਗੇ। ਮੈਂ ਸੰਗਤਾਂ ਪਾਸੋਂ ਉਹਨਾਂ ਦੀ ਖਿਮਾ ਮੰਗਦਾ ਹਾਂ। ਗਿਆਨੀ ਜੀ ਸਨਿਚਰਵਾਰ ਸਾਡੇ ਨਾਲ ਮੀਟਿੰਗ ਸੀਗੇ ਪਰ ਅੱਜ ਉਹਨਾਂ ਦੀ ਸਿਹਤ ਠੀਕ ਨਹੀਂ, ਸਵੇਰੇ ਉਹਨਾਂ ਦਾ ਮੈਸੇਜ ਆ ਗਿਆ ਸੀ, ਇਸ ਲਈ ਮੈਂ ਸੰਗਤਾਂ ਪਾਸੋਂ ਖਿਮਾ ਮੰਗਦਾ ਤੇ ਉਹ ਜਿਹਨਾਂ ਦੇ ਉਹ ਸਵਾਲ ਨੇ 2 ਜਾਂ 3 ਸਵਾਲ ਨੇ ਉਹ ਅਗਲੇ ਹਫਤੇ ਕੀਤੇ ਜਾਣਗੇ ਤੇ ਉਹ ਸੰਗਤਾਂ ਸਾਨੂੰ ਇਸ ਗੱਲ ਤੇ ਸਾਨੂੰ ਖਿਮਾ ਕਰਨਗੇ। ਤਾਂ ਸਾਧ ਸੰਗਤ ਜੀ ਪਹਿਲੇ ਆਪਾਂ ਸ਼ਬਦ ਦਾ ਇੱਕ ਭਾਵ ਹੈ ਉਹਦੇ ਵਿੱਚ ਨਹੀਂ ਕਿ ਕੁਝ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਦੇ ਪਾਠ ਕਰਨ ਲੱਗਿਆ ਸਾਨੂੰ ਥੋੜਾ ਜਿਹਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਕਿਉਂਕਿ ਕਈ ਵਾਰ ਸ਼ਬਦਾਂ ਦੀ ਬਣਾਵਟ ਜਾਂ ਉਹਨਾਂ ਦੇ ਅਰਥ ਇਹ ਐਸੇ ਨੇ ਜਿਹੜੇ ਆਮ ਪੰਜਾਬੀ ਦੀ ਵਰਤੋਂ 'ਚ ਨਹੀਂ ਹੁੰਦੇ। ਤਾਂ ਇਸ ਕਰਕੇ ਉਹਨਾਂ ਬਾਰੇ ਸਾਨੂੰ ਇਹ ਸਵਾਲ ਆਇਆ। ਇਹ ਸਵਾਲ ਹੈ ਸਾਹਿਬ ਪ੍ਰੇਮ ਸਿੰਘ ਜੀ ਦਾ ਜਲੰਧਰ ਤੋਂ। ਕਾਨੜਾ ਮਹਿਲਾ 5ਵਾਂ ਕੋਕ ਕਪਟ ਖਪਟ ਖਲ ਗਰਜਤ ਮਰਜਤ ਮੀਰ ਅਨਕ ਬਰੀਆ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1303 ਤੇ ਸ਼ਬਦ ਹੈ ਜੀ, ਕਾਨੜਾ ਰਾਗ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ। ਤੇ ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਇਸ ਸ਼ਬਦ ਦਾ ਭਾਵ ਜਿਹੜਾ ਹੈ ਉਹ ਕਿਰਪਾ ਕਰਕੇ ਦੱਸਣ ਜੀ। ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਉਹ ਇੱਕ ਸੈਕਿੰਡ ਮੈਨੂੰ ਟਾਈਮ ਦੇਣਾ, ਮੈਂ ਸ਼ਬਦ ਸਕਰੀਨ ਤੇ ਸਾਹਮਣੇ ਲੈ ਆਵਾਂ। ਹਾਂ ਠੀਕ ਹੈ ਜੀ, ਉਹ ਜ਼ਿਆਦਾ ਅੱਛਾ ਹੋਏਗਾ। ਸਾਹਮਣੇ ਸ਼ਬਦ ਆਏਗਾ ਕਿਉਂਕਿ ਇਹ ਅੱਖਰ ਜਿਹੜੇ ਨੇ ਜਿਵੇਂ ਕਪਟ ਖਪਟ ਜੀ 3 ਆ ਗਏ ਜੀ ਸਾਹਮਣੇ। हाँ जी आ गया जी, बड़ा अच्छा आ रहा है। तो संगतां इस ਸੋ ਕਾਨੜਾ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ जी ਇਹ ਸ਼ਬਦ ਅੰਗ 1303 ਦੇ ਉੱਤੇ ਸ਼ੋਭਿਤ ਹੈ। ਤੋ ਇਹਦਾ ਜੋ ਪਹਿਲੀ ਪੰਕਤੀ ਹੈ ਉਹ ਰਹਾਉ ਦੀ ਪੰਕਤੀ ਹੈ। ਕੋਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨੇਕ ਬਰੀਆ। तो पहले इन्हों के अखरी अर्थ कर लीए। कोकत का अर्थ है कोकदे हन, जिहदा मतलब हो गया मचदे हन पंछियां वांग, खास तौर पे जिवें मोर कोकदे ने। तो कपट जिहड़ा है वो आम ये सारे साडी वरतों जाने वाला लफ्ज़ है। कपट का मतलब है खोट, जिहड़ा अंदरों होर ते बाहरों होर। कपट का अर्थ है नाश करने वाले, तबाह करने वाले। फल का अर्थ है दुष्ट। ये विकारां दे प्रथाए लफ्ज़ इस्तेमाल होया है। गरजत कॉमन है लफ्ज़, गरजदे हन जिवें बदल गजदे ने। मरजत का अर्थ है मारना, मारदे हन। ਤੇ ਮੀਚ ਦਾ ਅਰਥ ਹੈ ਮੌਤ। ਉਹ ਇੱਥੇ ਜੋ ਇਸ਼ਾਰਾ ਹੈ ਉਹ ਹੈ ਆਤਮਕ ਮੌਤ ਵੱਲ। ਅਨੇਕ ਬਰੀਆ ਸਿੰਪਲ ਹੀ ਹੈ, ਅਨੇਕਾਂ ਵਾਰੀ। ਤੋ ਜੋ ਰਹਾਉ ਦੀ ਪੰਕਤੀ ਹੈ ਉਹਦੇ ਵਿੱਚ ਗੁਰੂ ਸਾਹਿਬ ਨੇ ਜੋ ਉਪਦੇਸ਼ ਕੀਤਾ ਹੈ ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ ਨਾਸ਼ ਕਰਨ ਵਾਲੇ ਜੋ ਵਿਕਾਰ ਨੇ ਜਾਂ ਜੋ ਕ੍ਰੋਧ ਨੇ वो मचते रहते हैं। तो खपट हो गया आत्मक जीवन का विनाश करने वाले, कपट हो गया खोट आदिक, कोकत हो गया जेड़े मचते ने अपना आप ज्यादा दिखाते ने, प्रचंड ने प्रचलित उन्हां दे अंदर ज्यादा मौजूद ने।
ਤੇ ਜਿਨ੍ਹਾਂ ਦੇ ਅੰਦਰ ਗਰਜਤ ਜਿਹੜੇ ਕਾਮਾਤਿਕ ਵਿਕਾਰ ਨੇ ਉਹ ਵੀ ਗਜਦੇ ਰਹਿੰਦੇ ਨੇ। ਉਹ ਇਹਨਾਂ ਦੋਨੋਂ ਹਿੱਸਿਆਂ ਦਾ ਰਲਾ ਮਿਲਾ ਕੇ ਮਤਲਬ ਇਹ ਬਣਿਆ ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਕਾਮਾਤਿਕ ਵਿਕਾਰ ਤੇ ਦੂਜਿਆਂ ਨੂੰ ਧੋਖਾ ਦੇਣ ਦੀ ਜਿਹੜੀ ਬਿਰਤੀ ਹੈ ਕਪਟ ਵਾਲੀ, ਉਹ ਲੋੜ ਨਾਲੋਂ ਜ਼ਿਆਦਾ ਹੈ, ਜਿਹੜੀ ਜ਼ਿਆਦਾ ਪ੍ਰਭਾਵ ਰੱਖਦੀ ਹੈ। ਉਹ ਐਸੇ ਵਿਕਾਰ ਉਹਨਾਂ ਮਨੁੱਖਾਂ ਨੂੰ ਅਨੇਕਾਂ ਵਾਰੀ ਮਾਰਦੇ ਹਨ, ਉਹਨਾਂ ਦੀ ਅਨੇਕਾਂ ਵਾਰ ਆਤਮਕ ਮੌਤ ਹੁੰਦੀ ਹੈ। ਭਾਵ ਕੀ ਹੈ ਕਿ ਜੇ ਥੋੜਾ ਬਹੁਤਾ ਕਦੀ ਕਿਸੇ ਦੀ ਸੰਗਤ ਕਰਕੇ ਕੋਈ ਉਹਨਾਂ ਦੇ ਅੰਦਰ ਸ਼ੁਭ ਵਿਚਾਰ ਆਉਂਦਾ ਵੀ ਹੈ, ਤਾਂ ਵੀ ਇਹ ਵਿਕਾਰ ਕਿਉਂਕਿ ਇਤਨਾ ਜ਼ੋਰ ਪਾਈ ਰੱਖਦੇ ਹਨ, ਤਾਂ ਉਹ ਫਿਰ ਉਹਨੂੰ ਵਿਕਾਰਾਂ ਵਾਲੀ ਪ੍ਰੇਰ ਕੇ ਤੇ ਉਹਦੀ ਆਤਮਕ ਮੌਤ ਵਾਲੀ ਅਵਸਥਾ ਬਣਾ ਦਿੰਦੇ ਹਨ। ਔਰ ਰਾਹ ਦੇ ਅੰਦਰ ਜੋ ਹੈ ਐਸੇ ਵਿਕਾਰੀ ਬੰਦੇ ਦੀ ਅਵਸਥਾ ਬਿਆਨ ਕੀਤੀ ਗਈ ਹੈ ਜਿਹਦੇ ਅੰਦਰ ਵਿਕਾਰ ਹਾਵੀ ਹਨ। ਅਗਲੀ ਪੰਕਤੀ ਹੈ, ਅਹੰ ਮਤ ਅਨਰਤ ਕੁਮਿਤ ਹਿਤ ਪ੍ਰੀਤਮ ਪੇਖਤ ਪ੍ਰਮਤ ਲਾਖ ਗਰੀਆ। ਅਹੰ ਦਾ ਅਰਥ ਹੈ ਹੰਕਾਰ, ਮਤ ਦਾ ਅਰਥ ਹੈ ਮੱਤੇ ਹੋਏ, ਮਸਤ ਹੋਏ ਹੋਏ। तो अहंग मत का मतलब हो गया अहंकार के अंदर मस्त हुए हुए। अनरत, अन का अर्थ होता है अन्य यानी कि होर, रत रते हुए, तो अहंकार दे विच मस्त हुए हुए, होर स्वादां दे विच रते हुए। कुमित का अर्थ है खोटे मित्र, मित मित्र, कुमित भैड़े मित्र। हित का अर्थ है प्यार, तो भैड़े मित्रों के नाल वो बंदे जिन्हां दे अंदर औगन हन, जिन्हां दा आचरण माड़ा है, उन्हां दे नाल वो प्यार करता है। प्रीतम पेखत, प्रीतम का अर्थ हो गया प्यारा, पेखत का अर्थ है देखना। तो खोटे बंदियां नूं वो अपना प्यारा समझदा है, उन्हां नूं अपना दोस्त बना लैंदा है। प्रमत लाख गरिया, प्रमत का अर्थ है भटकना ते गरी का अर्थ है गली। तो प्रमत लाख गरिया का अर्थ हो गया कि ऐसे इंसान विकारां दियां लखां गलियां दे अंदर भटकदे रहंदे हैं। तो बेसिकली इशारा ये है कि वो विकारां दे विच ही खचत रहंदे हैं, क्योंकि उन्हां दी संगत है उन्हां लोकां दे नाल जिन्हां दा आचरण माड़ा है, खोटे बंदे हैं जिहड़े खुद विकारां दे विच खचत हैं। ऐसे लोगों को जे वो अपना प्यारा अपना मित्र बनाएगा तो आप भी विकार के अंदर खचत हो जाएगा। अगली पंक्ति है, अनित व्यवहार आचार विधहीनत मम मद मात कोप जरिया। अनित का मतलब है जड़ा नित ना रहन वाला, नाश हो जाने वाला। तो नाश हो जाने वाले भाव दुनियावी पदार्थ ਜਿਹੜੇ ਮਾਇਆ ਦੇ ਪ੍ਰਭਾਵ ਦੇ ਅਧੀਨ ਜਿਹੜੇ ਚੀਜ਼ਾਂ ਹਨ, तो माया के कार विहार ਦੇ ਵਿੱਚ ਹੀ ਰੁੱਝੇ ਰਹਿਣਾ। ਅਨਿਤ ਵਿਵਹਾਰ ਦਾ ਅਰਥ ਹੋ ਗਿਆ ਤੇ ਮਾਇਆ ਦੇ ਕਾਰ ਵਿਹਾਰ। आचार का मतलब हो गया आचरण। विधहीनत, विधहीन का अर्थ है मर्यादा तो हीना। विध का अर्थ होता है विधि, तरीका या मर्यादा, हीन मैंने उस तो बिना। तो विधहीनत का अर्थ हो गया मर्यादा तो उल्ट या मर्यादा तो बिना। मम का अर्थ है ममता, मद का अर्थ है नशा, मात मस्त होए हुए। तो इन्हां चीज़ां दी ममता दे नशे दे विच मस्त होए हुए। कोप जरिया, कोप का अर्थ है क्रोध, जरिया का मैंने जड़ जल जाते हैं। तो ऐसे मनुख इहो जिहा विहार करते हैं जिहड़ा मर्यादा तो उल्ट हुंदा है, मर्यादा तो बिना हुंदा है, ते माया दी ममता दे नशे दे विच वो क्रोध दी अग विच सड़दे रहिंदे हैं। तो इन्हां तिन्नां पंक्तियां दे अंदर ऐसे दुनियादार बंदियां दी अवस्था बयान की गई है जिन्हां दे उत्ते काम आदिक विकारां दा बहुत ज़्यादा प्रभाव है, जिन्हां दी संगत भी माड़े लोकां दे नाल है, जिहड़े समाजिक मर्यादा तो सखने हन, वो केवल ते केवल माया दे ममता दे विच मस्त होए हुए विकारां दे विच ही खचत रहिंदे हन ते क्रोध दे अंदर सड़दे हन। तो ऐसी अवस्था बयान करके गुरु साहब फिर प्रेरणा करते हैं कि ऐसे लोगों का
ਚਾਹੇ ਉਹ ਕੋਈ ਵੀ ਹੋਵੇ, ਉਹਦੀ ਇੱਕੋ ਇੱਕ ਆਸ ਹੈ ਕਿ ਪ੍ਰਮਾਤਮਾ ਆਪ ਹੀ ਬਖਸ਼ਿਸ਼ ਕਰਕੇ ਉਹਨਾਂ ਨੂੰ ਬਚਾ ਲਵੇ ਤਾਂ ਉਹ ਬਚ ਸਕਦੇ ਹਨ। ਤਾਂ ਇਸ ਲਈ ਬੇਨਤੀ ਕਰਨ ਦੀ ਜਾਚ ਸਿਖਾਉਂਦਿਆਂ ਹੋਇਆਂ ਫਸਟ ਪਰਸਨ ਵਿੱਚ ਗੁਰੂ ਸਾਹਿਬ ਬੇਨਤੀ ਇਸ ਤਰ੍ਹਾਂ ਕਰਦੇ ਹਨ, ਕਰੁਣ ਕਿਰਪਾਲ ਗੋਪਾਲ ਦੀਨ ਬੰਧ। ਕਰੁਣ ਦਾ ਅਰਥ ਹੈ ਦਇਆ ਤਰਸ ਰੂਪ, ਕਿਰਪਾਲ ਕਿਰਪਾ ਦੇ ਖਜ਼ਾਨੇ, ਗੋਪਾਲ ਸ੍ਰਿਸ਼ਟੀ ਦੇ ਪਾਲਕ, ਦੀਨ ਬੰਧ ਦੀਨਾ ਗਰੀਬਾਂ ਦੇ ਦਾ ਮਿੱਤਰ। ਨਾਨਕ ਉਧਰ ਸ਼ਰਨ ਪਰੀਆ, ਮੈਂ ਤੁਹਾਡੀ ਸ਼ਰਨ ਵਿੱਚ ਪਿਆ ਹੋਇਆ ਹਾਂ ਤੇ ਤੁਸੀਂ ਮੇਰਾ ਉਧਾਰ ਕਰ ਦਿਓ, ਮੈਨੂੰ ਬਚਾ ਲਵੋ। ਸਾਰੇ ਸ਼ਬਦ ਦਾ ਸੰਖੇਪ ਵਿੱਚ ਜੇ ਬਿਆਨ ਕਰਨਾ ਹੋਵੇ ਤਾਂ ਪਹਿਲੀਆਂ 3 ਪੰਕਤੀਆਂ ਦੇ ਅੰਦਰ ਵਿਕਾਰੀ ਮਨੁੱਖ ਜੋ ਮਾਇਆ ਦੇ ਪ੍ਰਭਾਵ ਦੇ ਹੇਠ ਪੂਰੀ ਤਰ੍ਹਾਂ ਖਚਤ ਹੈ ਤੇ ਜਿਹਦੀ ਸੰਗਤ ਵੀ ਮਾੜੇ ਲੋਕਾਂ ਦੇ ਨਾਲ ਹੈ, ਉਸ ਦੀ ਬਚਾਅ ਦੀ ਇੱਕੋ ਇੱਕ ਤਰੀਕਾ ਹੈ ਕਿ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੇ ਕਿ ਮੈਂ ਤੁਹਾਡੀ ਸ਼ਰਨ ਵਿੱਚ ਪਿਆ ਹਾਂ ਤੇ ਮੇਰਾ ਉਧਾਰ ਕਰ ਦਿਓ। ਉਹ ਇਤਨੇ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਲਈ ਆਪ ਜੀ ਪਾਸੋਂ ਖਿਮਾ ਦੀ ਜਾਚਨਾ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਗ੍ਰੰਥ ਸਾਹਿਬ ਜੀ ਐਸਾ ਗੁਲਦਸਤਾ ਹੈ ਸਾਧ ਸੰਗਤ, ਜਿਹਦੇ ਵਿੱਚ 31 ਰਾਗਾਂ ਦੀ ਬਾਣੀ, 31 ਰਾਗਾਂ ਵਿੱਚ ਬਾਣੀ, ਔਰ ਉਸ ਤੋਂ ਇਲਾਵਾ ਜੋ ਲਿਟਰੇਚਰ ਲਿਖਣ ਦੇ ਵੱਖ-ਵੱਖ ਢੰਗ ਨੇ, ਜਿਸ ਤਰ੍ਹਾਂ ਕਿ ਸ਼ਲੋਕ, ਅਸ਼ਟਪਦੀਆਂ, ਛੰਦ, ਚੌਬੋਲੇ, ਕਾਫੀ, ਦੁਰ, ਦੋਪਦੇ, ਚੌਪਦੇ, ਬੜੇ ਹੀ ਵੰਨਗੀਆਂ ਨੇ। ਤੋ ਇਸੇ ਤਰ੍ਹਾਂ ਭਾਂਤ-ਭਾਂਤ ਦੀਆਂ ਬੋਲੀਆਂ ਵੀ ਜਿਹੜੀਆਂ ਨੇ, ਲੈਂਗੁਏਜਸ ਜਿਹੜੀਆਂ ਨੇ, ਉਹ ਵੀ ਨੇ। ਤੇ ਇਸ ਕਰਕੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਲਈ ਸਾਨੂੰ ਬਾਕਾਇਦਾ, ਜਿਸ ਤਰ੍ਹਾਂ ਸਿੱਖ ਨੂੰ ਹੁਕਮ ਹੈ ਕਿ ਸਹਿਜ ਪਾਠ ਜਾਰੀ ਰੱਖੇ, ਬਾਕਾਇਦਾ ਰੋਜ਼ ਖੋਜ ਦੀ ਲੋੜ ਹੈ, ਤਾਂ ਗੁਰਬਾਣੀ ਤੋਂ ਅਸੀਂ ਪੂਰਨ ਤੌਰ ਤੇ ਲਾਭ ਲੈ ਸਕਾਂਗੇ। ਬਹੁਤ ਸਾਰੇ ਸ਼ਬਦ ਐਸੇ ਨੇ ਸਾਧ ਸੰਗਤ ਜਿਨ੍ਹਾਂ ਵਿੱਚ ਸ਼ਬਦਾਂ ਦੀ ਜਿਹੜੀ ਤੁਕਬੰਦੀ ਹੈ ਜਾਂ ਸ਼ਬਦ ਜਿਹੜੇ ਨੇ ਉਹਨਾਂ ਦੀ ਲੈਂਗੁਏਜਸ ਕਰਕੇ ਸਾਨੂੰ ਕਈ ਵਾਰੀ ਸਮਝਣ ਵਿੱਚ ਦਿੱਕਤ ਆਉਂਦੀ ਹੈ। ਤਾਂ ਜਿਸ ਤਰ੍ਹਾਂ ਕਿ ਅੱਜ ਦਾ ਇਹ ਸਵਾਲ ਸੀਗਾ, ਇਹ ਵੀਰ MP ਸਿੰਘ ਜੀ ਦੀ ਬੜੀ ਸਹੀ ਤਰੀਕੇ ਦੇ ਨਾਲ ਸਾਨੂੰ ਇਹ ਸਮਝਾਇਆ ਹੈ। ਔਰ ਮੈਂ ਇੱਕ ਬੇਨਤੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਕੇਵਲ ਸ਼ਬਦੀ ਅਰਥ ਕਰਨ ਨਾਲ ਗੱਲ ਨਹੀਂ ਬਣਦੀ, ਜਿੰਨਾ ਚਿਰ ਸ਼ਬਦ ਭਾਵ ਨਾ ਹੋਵੇ। ਤੋ ਇਹਦੇ ਲਈ ਸਾਡੀ ਅਗਵਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਅੱਛੀ ਕੀਤੀ, ਕੌਮ ਦੀ ਅਗਵਾਈ, ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਗੁਰੂ ਗ੍ਰੰਥ ਦਰਪਣ ਤਿਆਰ ਕੀਤਾ, ਉਹਦੇ ਵਿੱਚ ਅੱਖਰਾਂ ਦੇ ਨਾਲ ਨਾਲ, ਅੱਖਰੀ ਭਾਵ ਦੇ ਨਾਲ ਨਾਲ ਜਿਹੜਾ ਸ਼ਬਦ ਭਾਵ, ਡੂੰਘਾ ਭਾਵ ਹੈ, ਉਹ ਵੀ ਦੱਸਿਆ। ਇਸ ਚੀਜ਼ ਦੀ ਅਜੇ ਜਿਹੜੀ ਟਰਾਂਸਲੇਟਡ ਵਰਜਨ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਖਿਮਾ ਕਰਨਾ ਇੰਗਲਿਸ਼ ਵਿੱਚ ਹੋਈ ਹੈ, ਉਹਨਾਂ ਵਿੱਚ ਬਹੁਤਿਆਂ ਵਿੱਚ ਭਾਵ ਦੀ ਅਣਹੋਂਦ। ਹੁਣ ਕਹਿੰਦੇ ਨੇ ਵੀ ਜਿਹੜੀ ਕੁਛ ਐਸਾ ਹੋਰ ਉਦਮ ਹੋ ਰਿਹਾ ਵੀ ਸ਼ਾਇਦ ਅਗਰ ਪਰਮਿਸ਼ਨ ਲੱਗੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਰਪਣ ਹੈ, ਇਹਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕੀਤਾ ਜਾਏ। ਤਾਂ ਕਹਿਣ ਦਾ ਭਾਵ ਇਹ ਹੈ ਕਿ ਕੇਵਲ ਸ਼ਬਦੀ ਅਰਥ ਨਾਲ ਗੱਲ ਨਹੀਂ ਬਣਦੀ, ਜਿੰਨਾ ਚਿਰ ਸ਼ਬਦ ਦਾ ਭਾਵ ਨਾ ਪਤਾ ਹੋਵੇ। ਤਾਂ ਸ਼ਬਦ ਦਾ ਭਾਵ MP ਸਿੰਘ ਜੀ ਨੇ ਦੱਸਿਆ। ਵੀਰ ਜੀ ਆਪ ਜੀ ਦਾ ਧੰਨਵਾਦ। ਆਸ ਹੈ ਜਿਨ੍ਹਾਂ ਨੇ ਇਹ ਸ਼ਬਦ ਭੇਜਿਆ ਜਾਂ ਬਾਕੀ ਦੀ ਸੰਗਤ, ਤੇ ਇਹ ਤੋਂ ਕਾਫੀ ਸਾਨੂੰ ਲਾਭ ਹੋਇਆ। ਫਿਰ ਵੀ ਅਗਰ ਕਿਸੇ ਦੀ ਕੋਈ ਰਾਏ ਹੋਏਗੀ ਤਾਂ ਉਹ ਵੈਲਕਮ ਹੈ ਜੀ। ਸਾਨੂੰ ਤੁਸੀਂ ਗਰੁੱਪ ਚੈਟ ਤੇ ਲਿਖ ਸਕਦੇ ਹੋ ਜਾਂ ਕਿਸੇ ਵੀ ਪੈਨਲ ਮੈਂਬਰ ਨੂੰ ਲਿਖ ਕੇ ਭੇਜ ਸਕਦੇ ਹੋ। ਧੰਨਵਾਦ। ਆਓ ਸਾਧ ਸੰਗਤ ਜੀ, ਅਗਲਾ ਜਿਹੜਾ ਸ਼ਬਦ ਹੈ ਉਹ ਬੜਾ, ਇਹ ਸਵਾਲ ਹੈ, ਉਹ ਬੜਾ ਅਹਿਮ ਹੈ ਕਿ ਆਪਾਂ ਰੋਜ਼ ਜਿਸ ਰਹਿਰਾਸ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਅਖੀਰ ਤੇ ਜਾ ਕੇ ਆਉਂਦਾ ਮੁੰਦਾਵਣੀ ਮਹਿਲਾ ਪੰਜਵਾਂ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਸੰਪਾਦਨਾ ਤੇ ਅਖੀਰ ਤੇ ਜਾ ਕੇ ਆਪਾਂ ਪੜ੍ਹਿਆ ਮੁੰਦਾਵਣੀ ਮਹਿਲਾ ਪੰਜਵਾਂ। ਤਾਂ ਸਵਾਲ ਸਾਨੂੰ ਆਇਆ, ਦਰਵਾਜ਼ਾ ਬੰਦ ਕਰ ਦੇ। ਥਾਲ ਵਿੱਚ 3 ਵਸਤੂ ਪਈ, ਜਿਹੜਾ ਮੁੰਦਾਵਣੀ ਦਾ ਇਹ ਸ਼ਬਦ ਹੈ, ਇਹਦੇ ਵਿੱਚ ਲਿਖਿਆ ਥਾਲ ਵਿੱਚ 3 ਵਸਤੂ ਪਈ ਹੋ। ਤਾਂ ਵਾਲੇ ਨੇ ਪੁੱਛਿਆ ਜੀ ਵੀ 3 ਵਸਤੂਆਂ ਕਿਹੜੀਆਂ ਨੇ? ਤਾਂ ਮੈਂ ਬੇਨਤੀ ਕਰ ਰਿਹਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਮੁੰਦਾਵਣੀ ਕੀ ਹੈ ਤੇ 3 ਵਸਤੂਆਂ ਕੀ ਨੇ, ਸਾਨੂੰ ਸਮਝਾਓ ਜੀ ਪ੍ਰਿੰਸੀਪਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਠੀਕ ਆ ਰਹੀ ਜੀ? ਬਹੁਤ ਅੱਛੀ ਜੀ। ਮੁੰਦਾਵਣੀ ਦਾ ਕੀ ਅਰਥ ਹੈ ਤੇ ਇਸ ਵਿੱਚ 3 ਵਸਤੂਆਂ ਕਿਹੜੀਆਂ ਹਨ? ਇਸ ਸਵਾਲ ਦੇ ਬਾਰੇ ਜਦੋਂ ਵਿਚਾਰ ਕੀਤੀ, ਸਟੱਡੀ ਕੀਤਾ, ਤਾਂ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਦੇ ਪੰਨਾ 777 ਭਾਗ ਦੂਜਾ ਉੱਤੇ ਲਿਖਦੇ ਹਨ ਕਿ ਮੁੰਦਾਵਣੀ ਸੰਸਕ੍ਰਿਤ ਭਾਸ਼ਾ ਦੇ ਮੁਦਰਨ ਤੋਂ ਹੋਂਦ ਵਿੱਚ ਆਇਆ ਹੈ, ਜਿਸ ਦਾ ਅਰਥ ਹੈ ਮੁੰਦਣਾ, ਭਾਵ ਬੰਦ ਕਰਨਾ, ਛਾਪਣਾ ਜਾਂ ਮੋਹਰ ਛਾਪ
ਸਟੈਂਪ ਲਾ ਦੇਣੀ, ਜਿਵੇਂ ਐਂਡ ਦੇ ਵਿੱਚ ਸਟੈਂਪ ਲਾ ਕੇ ਦਸਤਖਤ ਕਰ ਦਿੱਤੇ ਜਾਂਦੇ ਹਨ, ਉਹਨੂੰ ਮੁੰਦਾਵਣੀ ਕਹਿੰਦੇ ਨੇ। ਇਹ ਵੀ ਬੇਨਤੀ ਕਰਾਂਗਾ ਕਿ ਇਹਨੂੰ ਧੱਦੇ ਨਾਲ ਨਹੀਂ ਉਚਾਰਨ ਕਰਨਾ, ਮੁੰਦਾਵਣੀ ਆਮ ਤੌਰ ਤੇ ਅਸੀਂ ਬੋਲ ਦਿੰਦੇ ਆ, ਮੁੰਦਾਵਣੀ। ਕਿਉਂਕਿ ਸਾਡੇ ਦੇਸ਼ ਦੇ ਵਿੱਚ ਆਦਿ ਕਾਲ ਤੋਂ ਇਹ ਰਿਵਾਜ ਸੀ ਕਿ ਜਦੋਂ ਰਾਜੇ ਮਹਾਰਾਜਿਆਂ ਦਾ ਖਾਣਾ ਤਿਆਰ ਕੀਤਾ ਜਾਂਦਾ ਸੀ ਤਾਂ ਸ਼ਾਹੀ ਵੈਦ ਆ ਕੇ ਪਹਿਲਾਂ ਉਸ ਖਾਣੇ ਨੂੰ ਚੈੱਕ ਕਰਦਾ ਸੀ, ਫਿਰ ਰਸੋਈ ਇੰਚਾਰਜ ਦੇ ਹਵਾਲੇ ਕਰਦਾ ਸੀ। ਜਿਸ ਸਾਰੇ ਖਾਣੇ ਨੂੰ ਪੈਕ ਕਰਕੇ ਇੱਕ ਟਰੰਕ ਜਾਂ ਅਟੈਚੀ ਜਾਂ ਕਿਸੇ ਬਰਤਨ ਜਿਹੜਾ ਜਿੰਦਾ ਲੱਗਦਾ ਹੋਵੇ ਉਹਦੇ ਵਿੱਚ ਰੱਖ ਦਿੱਤਾ ਜਾਂਦਾ ਸੀ, ਤੇ ਇਸ ਸਾਰੇ ਖਾਣੇ ਨੂੰ ਪੈਕਿੰਗ ਕਰਕੇ ਉੱਤੇ ਸਟੈਂਪ ਲਾ ਦਿੱਤੀ ਜਾਂਦੀ ਸੀ। ਅੱਜ ਕੱਲ੍ਹ ਵੀ ਲਾਖ ਦੇ ਨਾਲ ਕਈ ਵਾਰ ਜਿੰਦਿਆਂ ਦੇ ਉੱਤੇ ਕੱਪੜਾ ਬੰਨਿਆ ਹੁੰਦਾ ਤੇ ਉੱਤੇ ਮੋਹਰ ਲਾਈ ਜਾਂਦੀ ਹੈ ਕਿ ਇਹ ਖਾਣਾ ਚੈੱਕ ਹੋ ਚੁੱਕਾ ਹੈ। ਤੇ ਜਦੋਂ ਰਾਜੇ ਨੂੰ ਇਹ ਖਾਣਾ ਦੇਣਾ ਹੁੰਦਾ ਸੀ, ਪਹਿਲਾਂ ਫਿਰ ਸ਼ਾਹੀ ਵੈਦ ਦੇ ਸਾਹਮਣੇ ਉਹੀ ਸਟੈਂਪ ਆ ਕੇ ਖੋਲਦਾ ਸੀ ਤੇ ਫਿਰ ਰਾਜੇ ਨੂੰ ਪ੍ਰਸ਼ਾਦਾ ਖਿਲਾਇਆ ਜਾਂਦਾ ਸੀ, ਤਾਂ ਕਿ ਕੋਈ ਦੁਸ਼ਮਣ ਉਹਦੇ ਖਾਣੇ ਦੇ ਵਿੱਚ ਜ਼ਹਿਰ ਆਦਿਕ ਪਾ ਕੇ ਕੋਈ ਉਹਦਾ ਜਾਨੀ ਮਾਲੀ ਨੁਕਸਾਨ ਨਾ ਕਰ ਦੇਵੇ, ਜਾਨੀ ਨੁਕਸਾਨ ਨਾ ਕਰ ਦੇਵੇ। ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਕਰਨ ਉਪਰੰਤ ਇਹ ਬਾਣੀ ਦਾ ਐਲਾਨ ਵੀ ਕੀਤਾ, ਮਹਾਨਤਾ ਵੀ ਦੱਸੀ ਹੈ, ਤੇ ਨਾਲ ਆਪਣੀ ਸਟੈਂਪ ਲਾ ਦਿੱਤੀ ਉੱਤੇ ਮੁੰਦਾਵਣੀ ਦਾ ਸ਼ਬਦ ਜੋ ਅੰਤ ਵਿੱਚ ਉਚਾਰਨ ਕੀਤਾ ਗਿਆ। ਗੁਰੂ ਅਰਜਨ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਕਿ ਜੋ ਵਾਹਿਗੁਰੂ ਜੀ ਦੇ ਨਾਮ ਦਾ ਰੂਪੀ ਖਾਣਾ, ਨਾਮ ਰੂਪੀ ਖਾਣਾ ਇਸ ਥਾਲ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿਆਰ ਕਰਕੇ ਪਰੋਸਿਆ ਗਿਆ ਹੈ, ਇਹ ਸਾਰੇ ਸੰਸਾਰ ਦੀ ਭੁੱਖ ਵੀ ਦੂਰ ਕਰ ਦੇਗਾ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਖਾਣੇ ਦੇ ਥਾਲ ਦੇ ਵਿੱਚ ਜਿਹੜੀਆਂ ਸਾਰਾ ਖਾਣਾ ਤਿਆਰ ਕੀਤਾ ਗਿਆ, ਇਹਦੇ 'ਚ ਸ਼ੰਕੇ ਦੀ ਕੋਈ ਗੁੰਜਾਇਸ਼ ਨਹੀਂ। ਭਾਵ ਇਹ ਬਾਣੀ ਨਿਰੋਲ ਸੱਚੀ ਬਾਣੀ ਹੈ, ਗੁਰੂ ਕੀ ਬਾਣੀ ਹੈ, ਧੁਰ ਕੀ ਬਾਣੀ ਹੈ। ਇਸ ਦੇ ਕਰਕੇ ਗੁਰੂ ਅਰਜਨ ਪਾਤਸ਼ਾਹ ਨੇ ਸਾਰੀ ਬਾਣੀ ਸੰਪੂਰਨ ਕਰਕੇ ਅੰਤ ਵਿੱਚ ਮੁੰਦਾਵਣੀ ਮਹਿਲਾ ਪੰਜਵਾਂ ਤੇ ਨਾਲ ਸ਼ਲੋਕ ਸ਼ੁਕਰਾਨੇ ਦਾ ਤੇਰਾ ਕੀਤਾ ਜਪ ਤੋਂ ਨਾਹੀ ਮੈਨੂੰ ਜੋਗ ਕੀਤੋਈ, ਇਹ ਸ਼ਬਦ ਵੀ ਦਰਜ ਕਰ ਦਿੱਤਾ। ਜਦੋਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 9ਵੇਂ ਪਾਤਸ਼ਾਹ ਦੀ ਬਾਣੀ ਉਸੇ ਤਰਤੀਬ ਨਾਲ, ਉਸੇ ਢੰਗ ਦੇ ਨਾਲ, ਕਿ ਆਪ ਵੀ ਉਹ ਜੋਰ ਤੋਂ ਆ ਜੁਗਤ ਸਾਏ ਸਨ, ਬਾਣੀ ਦਰਜ ਕੀਤੀ ਤੇ ਉਸ ਤਰਤੀਬ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਗਿਆ। ਮੁੰਦਾਵਣੀ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਅਰਥ ਕੀਤਾ ਹੈ ਔਰ ਦੱਸਿਆ ਹੈ ਕਿ ਮੁੰਦਾਵਣੀ ਕੀ ਹੁੰਦੀ ਸੀ, ਸ਼ਾਹੀ ਖਾਣਾ ਤਿਆਰ ਕੀਤਾ ਜਾਂਦਾ ਸੀ। ਇਸ ਸ਼ਾਹੀ ਖਾਣੇ ਦੀ ਪਹਿਲਾਂ ਵੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਮੁੰਦਾਵਣੀ ਦੀ ਵਰਤੋਂ ਕਰਕੇ ਸ਼ਬਦ ਦੀ ਉਹ ਮਹੱਤਤਾ ਦ੍ਰਿੜ ਕਰਵਾਈ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 645 ਉੱਤੇ ਸ਼ਲੋਕ ਮਹਿਲਾ ਤੀਜਾ, ਇਹ ਵਾਰ ਦੀ 8ਵੀਂ ਪੌੜੀ ਹੈ। ਥਾਲੇ ਵਿੱਚ ਤੈ ਵਸਤੂ ਪਈਓ, ਥਾਲੇ ਵਿੱਚ ਤੈ ਮੈਨੇ ਤ੍ਰੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਧੇ ਮਨ ਤ੍ਰਿਪਤੀ ਹੈ, ਪਾਈਏ ਮੋਖ ਦੁਆਰ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਗੁਰੂ ਕੀ ਬਾਣੀ ਦੀ ਵਿਚਾਰ ਵਿੱਚੋਂ ਇਹ ਭੋਜਨ ਮਿਲੇਗਾ। ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀ ਹੈ, ਸਦਾ ਰੱਖੀ ਹੈ ਉਰਧਾਰ। ਇਹ ਮੁੰਦਾਵਣੀ ਸਤਿਗੁਰ ਭਾਈ ਗੁਰਸਿੱਖਾਂ ਲੱਧੀ ਭਾਲ, ਨਾਨਕ ਜਿਸ ਬੁਝਾਏ ਸੋ ਬੁਝ ਸੀ, ਹਰ ਪਾਇਆ ਗੁਰਮੁਖ ਕਾਲ। ਸੋ ਮੁੰਦਾਵਣੀ ਸ਼ਬਦ ਦੀ ਵਰਤੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਣੀ ਦੀ ਮਹੱਤਤਾ ਦ੍ਰਿੜ ਕਰਵਾਉਣ ਤੇ ਇਸ ਭੋਜਨ ਬਾਰੇ ਜੋ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਹ ਥਾਲ ਪਹਿਲਾਂ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹਦੀ ਮਹੱਤਤਾ ਤੀਜੇ ਜਾਮੇ ਵਿੱਚ ਵੀ ਦ੍ਰਿੜ ਕਰਵਾਈ। ਤੇ ਖਾਲਸਾ ਪੰਥ ਨੇ ਵੀ ਜਦੋਂ ਸੋਦਰ ਰਹਿਰਾਸ ਸਾਹਿਬ ਦੀ ਬਾਣੀ ਸੰਪੂਰਨ ਕੀਤੀ, ਕਿਉਂਕਿ ਪਹਿਲੇ 9 ਸ਼ਬਦ ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਹੀ ਬਾਣੀ ਵਿੱਚ ਦਰਜ ਕਰ ਗਏ ਸਨ। ਜਦੋਂ ਰਹਿਤ ਮਰਜ਼ਾਦਾ ਦੇ ਵਿੱਚ ਪ੍ਰਵਾਨਗੀ ਦੇਣੀ ਸੀ, ਉਸ ਵੇਲੇ ਕਿਹੜੀ ਬਾਣੀ ਪੰਥ ਪ੍ਰਵਾਨਿਤ ਹੈ, ਦਸਮ ਪਾਤਸ਼ਾਹ ਦੀਆਂ ਬਾਣੀਆਂ ਚੋਂ ਉਹ ਬਾਣੀ ਦਰਜ ਕਰਕੇ ਤੇ ਉਹੀ ਮੁੰਦਾਵਣੀ ਦੀ ਮੋਹਰ ਖਾਲਸਾ ਪੰਥ ਨੇ ਵੀ ਗੁਰੂ ਖਾਲਸਾ ਪੰਥ ਵਜੋਂ ਪ੍ਰਵਾਨਗੀ ਦੇਣ ਹਿੱਤ ਕਰ ਦਿੱਤੀ। ਪਰ ਇਤਨਾ ਕੁਝ ਹੋਣ ਦੇ ਬਾਵਜੂਦ ਪੁਰਾਤਨ ਸਮੇਂ ਤੋਂ ਜੋ ਸੰਪਰਦਾਈ ਜੋ ਵਿਚਾਰਧਾਰਾ ਦੇ ਮੁਤਾਬਕ ਬਾਣੀਆਂ ਕੁਝ ਪੜ੍ਹੀਆਂ ਜਾਂਦੀਆਂ ਸਨ, ਕੁਝ ਰਚਨਾਵਾਂ ਪੜ੍ਹੀਆਂ ਜਾਂਦੀਆਂ ਸਨ,
ਉਹ ਅੱਜ ਵੀ ਜਿਉਂਦੀਆਂ ਤਿਉਂ, ਤੇ ਇਸ ਤੋਂ ਬਾਅਦ ਵੀ ਕਈ ਸ਼ਬਦ ਉਹ ਭਾਵੇਂ ਗੁਰਬਾਣੀ ਦੇ ਸ਼ਬਦ ਨੇ ਜੋੜ ਦਿੱਤੇ ਗਏ ਹਨ, ਉਹ ਮਨਮਤ ਹੈ। ਪਰ ਪੰਥ ਨੇ ਗੁਰੂ ਪਾਤਸ਼ਾਹ ਵੱਲੋਂ ਮਿਲੇ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਥਕ ਤੌਰ ਤੇ ਮੁੰਦਾਵਣੀ ਜਿਹੜੀ ਹੈ ਤੇ ਉਹੀ ਸ਼ੁਕਰਾਨੇ ਦਾ ਸ਼ਬਦ ਰਹਿਰਾਸ ਸਾਹਿਬ ਤੇ ਵੀ ਅੰਕਿਤ ਕਰ ਦਿੱਤਾ। ਇਹ 3 ਕਿਸਮ ਦਾ ਖਾਣਾ ਕਿਹੜਾ ਹੈ, ਇਹ ਮੁੰਦਾਵਣੀ ਦੇ ਵਿੱਚ ਹੀ 1429 ਪੰਨੇ ਤੇ ਲਾਸਟ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦਾ ਐਲਾਨ ਤੇ 3 ਕਿਸਮ ਦਾ ਖਾਣਾ ਅਸੀਂ ਰੋਜ਼ਾਨਾ ਪੜ੍ਹਦੇ ਹਾਂ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सब सधारो, जे को खावे जे को पहुंचे, तिसका होए उधारो। ये वास्त जी ना जाई, नित नित रख उर धारो, तम संसार चरण लग तरिए, सब नानक ब्रह्म पसारो। गुरु पातशाह जी फरमाते हैं कि संसार नूं भुख लगी हुई सी। ये भुख काहदी सी? उधार दी भुख सी। जे सोचीए कि उधार की है, उधार दा मतलब की है, उधार किवें होना है मनुखता दा, तां सतगुरु दी बाणी तो ये पता लगता है कि हर मनुख हर पक्षों संपूर्णता दी टीसी ते पुजना चाहता है। भाव हर मनुख सरीरक, पदार्थक, आर्थिक, मानसिक, बौद्धिक ਅਤੇ ਆਤਮਿਕ ਉન્નਤੀ ਕਰਨੀ ਚਾਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਸੰਪੂਰਨ ਮਨੁੱਖਤਾ ਦੀ ਸਿਰਜਣਾ ਕਰਨ ਵਾਲੀ ਵਿਚਾਰਧਾਰਾ ਦਿੱਤੀ ਗਈ ਹੈ। ਪਰ ਅੰਤ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਤਮ ਸੰਸਾਰ ਚਰਨ ਲਗ ਤਰੀਏ, ਕਿਉਂਕਿ ਸੰਸਾਰ ਦੇ ਵਿੱਚ ਹਨੇਰਾ ਹੀ ਹਨੇਰਾ ਹੈ। ਤਮ ਹੈ, ਅੰਧੇਰਾ ਕਾਹਦਾ ਹੈ? ਇਹ ਅਗਿਆਨਤਾ ਦਾ ਹਨੇਰਾ, ਜਿਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਵਾਰ ਸ਼ਲੋਕਾਂ ਵਿੱਚ ਫਰਮਾਇਆ ਸੀ। ਸ਼ਲੋਕਾਂ ਤੋਂ 12 ਤੋਂ ਵੱਧ ਸ਼ਲੋਕ, ਜਿਹੜੇ ਸ਼ਲੋਕ 12 ਤੋਂ ਵਧੇਕ, ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ, ਗੁਰੂ ਬਿਨ ਗਿਆਨ ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲੋਂ ਨਾ ਬਾਕੀ, ਮਾਣੂ ਕੱਲੇ ਉੱਠੀ ਚੱਲੇ, ਸਾਧ ਨਹੀਂ ਅਵੇਹੀ ਗੱਲੇ। ਮਨੁੱਖਤਾ ਅੰਧਿਆਰੇ ਦੇ ਵਿੱਚ ਭਟਕ ਰਹੀ ਸੀ ਤੇ ਸੱਚੇ ਪਾਤਸ਼ਾਹ ਨੇ ਕਿਹਾ ਐਵੇਂ ਬਿਨਾਂ ਗੁਰੂ ਧਾਰਨ ਕੀਤਿਆਂ ਸੰਸਾਰ ਤੋਂ ਮਨੁੱਖਤਾ ਫਜ਼ੂਲ ਜਾ ਰਹੀ ਹੈ ਤੇ ਐਸੇ ਮਨੁੱਖਾ ਜਨਮ ਦਾ ਕੋਈ ਸਵਾਦ ਨਹੀਂ ਆਇਆ। ਤੇ ਸਵਾਦ ਕਿਵੇਂ ਆਣਾ ਸੀ? ਉਹ ਸੱਚੇ ਪਾਤਸ਼ਾਹ ਕਹਿੰਦੇ ਨੇ 3 ਵਸਤੂਆਂ ਜਿਹੜੀਆਂ ਮੈਂ ਇਸ ਥਾਲ ਦੇ ਵਿੱਚ ਤਿਆਰ ਕਰਕੇ 3 ਕਿਸਮ ਦਾ ਭੋਜਨ ਜਿਹੜਾ ਹੈ ਉਹ ਤਿਆਰ ਕਰਕੇ ਰੱਖ ਦਿੱਤਾ ਹੈ। ਉਹ ਪਹਿਲੇ ਨੰਬਰ ਤੇ ਸਤ, ਸੰਤੋਖ ਤੇ ਵਿਚਾਰ, ਉੱਚੇ ਸੁੱਚੇ ਵਿਚਾਰ, ਸਚਾਈ ਵਾਲਾ ਜੀਵਨ ਤੇ ਸੰਤੋਖੀ ਜੀਵਨ। ਕਿਉਂਕਿ ਬਾਬਾ ਕਬੀਰ ਜੀ ਕਹਿੰਦੇ ਨੇ ਵਿਚਾਰਧਾਰਾ ਹੀ ਹੈ ਜਿਹੜੀ ਇਨਸਾਨ ਨੂੰ ਚੰਗਾ ਜਾਂ ਮਾੜਾ ਸਾਬਤ ਕਰਦੀ ਹੈ। ਕੋ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਵਿਚਾਰਧਾਰਾ ਹੀ ਸਮਾਜ ਨੂੰ ਬਦਲ ਸਕਦੀ ਹੈ ਅਤੇ ਕਾਇਮ ਹਮੇਸ਼ਾ ਲਈ ਕੋਈ ਰਹਿ ਸਕਦੀ ਹੈ ਚੀਜ਼ ਤਾਂ ਉਹ ਵਿਚਾਰਧਾਰਾ ਹੀ ਰਹਿ ਸਕਦੀ ਹੈ। ਥਿਰ ਨਾਰਾਇਣ, ਥਿਰ ਗੁਰ, ਥਿਰ ਸਾਚਾ ਵਿਚਾਰ। ਜਾਂ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਕਾਇਮ ਰਹੇਗਾ ਜਾਂ ਗੁਰੂ ਕਾਇਮ ਰਹੇਗਾ। ਉਹ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ। ਤੇ ਜਾਂ ਫਿਰ ਸਾਚਾ ਵਿਚਾਰ, ਸੱਚੀ ਵਿਚਾਰਧਾਰਾ ਜਿਹੜੀ ਹੈ ਉਹ ਮਨੁੱਖ ਦਾ ਉਧਾਰ ਕਰ ਸਕਦੀ ਹੈ। ਕਿਉਂਕਿ ਸੱਚ ਤੋਂ ਬਿਨਾਂ ਗੁਜ਼ਾਰਾ ਨਹੀਂ। ਸੱਚ ਸਦਾ ਹੈ ਨਿਰਮਲਾ, ਇਸ ਵਿੱਚ ਕੂੜ ਨਾ ਰਲਦਾ ਰਾਈ। ਇੱਕ ਝੂਠ ਨੂੰ ਸੱਚ ਸਾਬਤ ਕਰਨ ਵਾਸਤੇ 1000 ਜਾਂ ਲੱਖ ਵਾਰੀ ਝੂਠ ਬੋਲ ਲਈਏ, ਉਹ ਝੂਠ ਝੂਠ ਹੀ ਰਹੇਗਾ। ਪਰ ਇੱਕ ਸੱਚ ਨੂੰ ਜੇ ਆਧਾਰ ਬਣਾ ਲਈਏ ਆਪਣੇ ਜੀਵਨ ਦਾ ਤੇ ਉਹ ਸੱਚ ਸਦਾ ਹੈ ਨਿਰਮਲਾ। ਕਿਸੇ ਨੂੰ ਕਿਤੇ ਵੀ ਜਿਹੜੀ ਹੈ ਉਹ ਚੋਟ ਨਹੀਂ ਖਾਣੀ ਪੈਂਦੀ, ਝੂਠਾ ਸਾਬਤ ਨਹੀਂ ਹੋਣਾ ਪੈਂਦਾ। ਦੂਜਾ ਜਿਹੜਾ ਹੈ ਗੁਣ ਹੈ ਸੰਤੋਖ ਦਾ। ਕਿਉਂਕਿ ਵਿਦਵਾਨਾਂ ਦਾ ਕਥਨ ਹੈ ਮਨੁੱਖ 2 ਚੀਜ਼ਾਂ ਨਾਲ ਹੀ ਰੱਜ ਸਕਦਾ ਹੈ, ਜਾਂ ਸੰਤੋਖ ਨਾਲ ਤੇ ਜਾਂ ਕਬਰ ਦੀ ਮਿੱਟੀ ਨਾਲ। ਕਿਉਂਕਿ ਜਦੋਂ ਤੱਕ ਮਨੁੱਖ ਜਿਉਂਦਾ ਹੈ, ਜਦੋਂ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਤੇ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲਾਗ ਕਰੋਰੇ ਮਾਨੀ ਹੋਰੇ। ਅੱਗੇ ਜਣੀ ਉਹ ਇਸ ਪਾਸੇ ਵੱਲ ਵੱਧਦਾ, ਮੁਸਤਾਕੀ ਮਾਫ ਕਰਨੀ, ਪ੍ਰਮਾਣ ਕੁਦਰਤੀ ਚੇਤੇ ਆਇਆ ਸੀ ਤੇ ਅਗਲੀ ਤੁਕ ਮੈਨੂੰ ਭੁੱਲ ਗਈ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲਾਗ ਕਰੋਰੇ ਮਾਨੀ ਹੋਰੇ। ਪਰੇ ਪਰੀ ਕੋ ਲੂਝੀ ਹੈ। ਇਹ ਪ੍ਰਤੱਖ ਹੈ ਕਿ ਅੱਜ ਦੇ ਅਡਾਨੀਆਂ, ਅੰਬਾਨੀਆਂ ਤੇ ਅਦਾਨੀਆਂ ਕੋਲ ਅਥਾਹ ਪੈਸਾ ਹੈ, ਪਰ ਤ੍ਰਿਸ਼ਨਾ ਫੇਰ ਵੀ ਮਿਟ ਨਹੀਂ ਰਹੀ। ਹੁਣ ਪੰਜਾਬ ਦੇ ਉੱਤੇ ਦੇਸ਼ ਦੇ ਕਿਸਾਨਾਂ ਦੇਸ਼ ਦੇ ਵਿੱਚ ਤਰਥੱਲੀ ਮਚਾਈ ਹੋਈ ਹੈ। ਕਿਉਂਕਿ ਗੁਰੂ ਮਹਾਰਾਜ ਕਹਿੰਦੇ ਨੇ ਭਾਵੇਂ ਕੋਈ ਕਿੰਨੇ ਮਰਜ਼ੀ ਮਾਇਆ ਇਕੱਠੀ ਕਰ ਲਵੇ ਤੇ ਉਹ ਸੰਤੁਸ਼ਟ ਨਹੀਂ ਹੁੰਦਾ। ਸੰਤੁਸ਼ਟ ਇੱਕੋ ਗੱਲ ਨਾਲ ਹੋਣਾ ਹੈ,
ਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ, ਸਹਿਸ ਖੱਟੇ ਲਾਕੋ ਉਠ ਧਾਵੈ, ਤ੍ਰਿਪਤ ਨਾ ਹੋਵੇ ਮਾਇਆ ਪਾਛੇ ਪਾਵੇ, ਅੰਗ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤਾਸਤੇ फिर मरे, बिना संतोख नहीं को राजे। ये प्रमाण गलत हो गया, माफ कर दो जी। बिना संतोख नहीं को राजे, सुपन मनोरथ बिरथे सब काजे। सो ਜਦੋਂ ਤੱਕ ਬੰਦੇ ਦੇ ਮਨ ਵਿੱਚ ਸੰਤੁਸ਼ਟੀ ਨਹੀਂ ਆਉਂਦੀ, ਉਦੋਂ ਤੱਕ ਬੰਦਾ ਰੱਜ ਨਹੀਂ ਸਕਦਾ। ਤੇ ਉਹ ਸੰਤੋਖੀ ਕਿਵੇਂ ਬਣਨਾ ਹੈ, ਸੈਟੀਸਫੈਕਸ਼ਨ ਕਿਵੇਂ ਹੋਣੀ ਹੈ, ਇਹ ਗੁਰੂ ਅਰਜਨ ਪਾਤਸ਼ਾਹ ਨੇ ਸਾਰੀ ਬਾਣੀ ਦੇ ਵਿੱਚ ਬੜੀ ਵਿਸਤਾਰ ਨਾਲ ਇਹਦੀ ਵਿਆਖਿਆ ਕੀਤੀ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 3 ਕਿਸਮ ਦਾ ਖਾਣਾ ਤਿਆਰ ਕਰਕੇ ਇਹ ਐਲਾਨ ਵੀ ਕੀਤਾ ਕਿ ਜੇ ਇਹ 3 ਕਿਸਮ ਦਾ ਖਾਣਾ ਮਨੁੱਖ ਨਹੀਂ ਖਾਂਦਾ ਤਾਂ ਸੰਸਾਰ ਦਾ ਕਦੇ ਉਧਾਰ ਨਹੀਂ ਹੋ ਸਕਦਾ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖੋ ਉਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਇਸ ਤਮਾ ਰੂਪੀ ਅਗਿਆਨਤਾ ਨਾਲ ਭਰੇ ਹੋਏ ਸਮਾਜ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਕੇਵਲ ਤੇ ਕੇਵਲ ਜੇ ਕੋਈ ਪਾਰ ਲੰਘਾ ਸਕਦਾ ਹੈ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੱਚਾ ਗੁਰੂ ਉਹੀ ਹੈ ਜੋ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ ਸਭ ਮੇ ਰਿਹਾ ਸਮਾਏ। ਇਹ ਕੇਵਲ ਇੱਕ ਸਿੱਖ ਹੋਣ ਦੇ ਨਾਤੇ ਮੈਂ ਹੀ ਨਹੀਂ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਜਾਂ ਗੁਰੂ ਨਾਨਕ ਜੋਤ ਹੀ ਨਹੀਂ ਕਹਿੰਦੇ, ਬਲਕਿ ਹੁਣ ਤੱਕ ਸੰਸਾਰ ਦੇ ਵੱਡੇ ਵੱਡੇ ਲੋਕਾਂ ਨੇ, ਵੱਡੇ ਵੱਡੇ ਧਰਮਾਂ ਦੇ ਲੋਕਾਂ ਨੇ ਇਹ ਗੱਲ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਤੇ ਦਿੱਲੀ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਬੁਖਾਰੀ ਜੀ, ਸ਼ਾਇਦ ਉਹਨਾਂ ਦਾ ਨਾਂ ਸੀ, ਮਸਕੀਨ ਸਾਹਿਬ ਕਈ ਵਾਰ ਉਹਨਾਂ ਦਾ ਜ਼ਿਕਰ ਕਰਦੇ ਨੇ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਇੱਕ ਗੱਲ ਆਖੀ ਸੀ ਕਿ ਅਜੇ ਸਾਰੀ ਦੁਨੀਆ ਸਿਆਣੀ ਨਹੀਂ ਹੋਈ, ਜਿਸ ਦਿਨ ਸਾਰੀ ਦੁਨੀਆ ਸਿਆਣੀ ਹੋ ਗਈ ਉਸ ਦਿਨ ਸੰਸਾਰ ਦਾ ਇੱਕੋ ਇੱਕ ਗੁਰੂ ਹੋਏਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਅਤੇ ਇੱਕੋ ਇੱਕ ਧਰਮ ਹੋਵੇਗਾ, ਸਿੱਖ ਧਰਮ, ਜਿਹਦੇ ਕਰਕੇ ਮਨੁੱਖਤਾ ਦਾ ਉਧਾਰ ਹੋ ਸਕੇਗਾ। ਤੇ ਬਾਕੀ ਲੋਕਾਂ ਦੀ ਗੱਲ ਛੱਡੀਏ, ਅਜੇ ਅਸੀਂ ਵੀ ਸਿਆਣੇ ਨਹੀਂ ਹੋਏ, ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਹਿਚਾਣ ਨਹੀਂ ਹੋਈ, ਤਾਂ ਹੀ ਕੌਮ ਦੇ ਵਿੱਚ ਇਹ ਦੁਵਿਧਾਵਾਂ ਪੈ ਰਹੀਆਂ ਨੇ। ਇਸੇ ਤਰ੍ਹਾਂ ਡਾਕਟਰ ਸਵਰਾਜ ਸਿੰਘ ਜੀ ਪਟਿਆਲਾ ਵਾਲਿਆਂ ਨੇ ਪਿੱਛੇ ਇੱਕ ਸੰਬੋਧਨ ਨੂੰ ਕਰਦੇ ਹੋਏ, ਮੈਂ ਵਿੱਚ ਬੈਠਾ ਸਾਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਕਰੋੜਾਂ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਕਰੋੜਾਂ ਕਰੋੜਾਂ ਸਾਲਾਂ ਤੋਂ ਬਾਅਦ ਜੇ ਮਨੁੱਖਤਾ ਦਾ ਕੋਈ ਗੁਰੂ ਹੋਏਗਾ ਤੇ ਉਹ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੋਣਗੇ, ਔਰ ਹੋਰ ਕੋਈ ਚਾਰਾ ਹੀ ਨਹੀਂ ਹੋਣਾ। ਕੁੱਲ ਦੁਨੀਆ ਦੇ ਵਿਦਵਾਨ ਵੀ ਇਸ ਗੱਲ ਨੂੰ ਸਵੀਕਾਰ ਕਰਨ ਲੱਗ ਪਏ ਨੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬੰਦਾਵਣੀ ਦੇ ਵਿੱਚ ਐਲਾਨ ਕੀਤਾ ਹੈ। ਸੋ ਬਤੌਰ ਸਿੱਖ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਗੁਰੂ ਪਾਤਸ਼ਾਹ ਦੇ ਇਹਨਾਂ ਹੁਕਮਾਂ ਨੂੰ ਯਾਦ ਰੱਖ ਕੇ ਆਪ ਗੁਰਬਾਣੀ ਨੂੰ ਸਮਝੀਏ ਤੇ ਬਾਕੀ ਸੰਸਾਰ ਨੂੰ ਸਮਝਾਈਏ। ਸੋ ਮੁੰਦਾਵਣੀ ਦਾ ਅਰਥ ਅਤੇ ਮੁੰਦਾਵਣੀ ਦੇ ਇਸ ਸ਼ਬਦ ਵਿੱਚ ਜੋ 3 ਕਿਸਮ ਦਾ ਖਾਣਾ ਤਿਆਰ ਕੀਤਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪਰੋਸ ਕੇ ਮਾਨਵਤਾ ਨੂੰ ਦੇ ਦਿੱਤਾ, ਉਹਦੇ ਸੰਬੰਧੀ ਜਿਤਨੀ ਕੁ ਬਖਸ਼ਿਸ਼ ਗੁਰੂ ਪਾਤਸ਼ਾਹ ਔਰ ਵਿਦਵਾਨਾਂ ਦੀਆਂ ਕਿਤਾਬਾਂ ਵਿੱਚੋਂ ਮਿਲੀ, ਮੈਂ ਆਪ ਜੀ ਦੇ ਸਾਹਮਣੇ ਰੱਖੀ ਹੈ। ਕੋਈ ਹੋਰ ਇਹਦੇ 'ਚ ਵਾਧਾ ਕਰਨਾ ਚਾਹੁੰਦਾ ਹੈ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਸਮਝਾਂਗਾ ਤੇ ਉਹਦਾ ਲਾਭ ਅਸੀਂ ਵੀ ਉਠਾਵਾਂਗੇ ਜੀ। ਭੁੱਲ ਗਲਤੀ ਲਿਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੜੇ ਸੁਪਰੀਮ ਗੁਣ ਨੇ ਜਿਹੜੇ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ੇ ਨੇ। ਸਤ ਸੰਤੋਖ ਹੋਏ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਜੇਕਰ ਇਹ ਗੁਣ ਜਿਹੜੇ ਵੀ ਮਨੁੱਖ ਹੋਣਗੇ ਉਹ ਰੱਬ ਨਾਲ ਇੱਕ ਮਿਕ ਹੈ, ਤੋ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹਾਂ। ਪਰੰਤੂ ਸਾਡੀ ਬਦਕਿਸਮਤੀ ਹੈ ਕਿ ਅਸੀਂ, ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ, ਨਾ ਤੇ ਆਪ ਚੰਗੀ ਤਰ੍ਹਾਂ ਸਮਝਿਆ, ਜੇ ਆਪ ਹੀ ਨਹੀਂ ਸਮਝਿਆ ਤੇ ਬਾਕੀ ਆਪਾਂ ਕਿਵੇਂ ਪ੍ਰਚਾਰਾਂਗੇ। ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦੀ, ਜਿਹਦੇ ਨਾਲ ਸਮਝਣ ਤੋਂ ਬਾਅਦ ਜਿਹਨਾਂ ਸਮਝਿਆ ਉਹਨਾਂ ਦੀ ਅਵਸਥਾ ਬਣ ਜਾਂਦੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪ੍ਰਿੰਸੀਪਲ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਬੜੀ ਡਿਟੇਲ ਦੇ ਨਾਲ ਇਹਨੂੰ ਦੱਸਿਆ ਔਰ ਬੜਾ ਜ਼ਰੂਰੀ ਸਵਾਲ ਸੀ, ਕਿਉਂਕਿ ਆਪਾਂ ਰੋਜ਼ਾਨਾ ਇਹ ਨਿਤਨੇਮ ਵਿੱਚ ਪੜ੍ਹਦੇ ਹਾਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਸ ਮੁਨਾਵਣੀ ਕਿਉਂ ਅਖੀਰ ਤੇ ਆਇਆ, ਆਪ ਜੀ ਨੇ ਦੱਸਿਆ। ਧੰਨਵਾਦ ਹੈ ਜੀ। ਤਾਂ ਆਓ ਸਾਧ ਸੰਗਤ ਜੀ, ਅਗਲਾ ਸ਼ਬਦ ਜਿਹੜਾ ਹੈ ਉਹ ਉਚਾਰਨ ਸੰਬੰਧੀ ਹੈ ਤੇ ਇਹ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਮਾਰੂ ਰਾਗ ਵਿੱਚ। ਅਨੁਭਵ ਕਿਨੇ ਨਾ ਦੇਖਿਆ ਬੈਰਾਗੀ ਅੜੇ, ਬਿਨ ਪੈ ਅਨੁਭਵ ਹੋਏ ਵਣਾ ਹੰਬੈ। ਇਸ ਸ਼ਬਦ ਵਿੱਚ ਲਫ਼ਜ਼ ਵਣਾ ਹੰਬੈ ਬਾਰ-ਬਾਰ ਆਉਂਦਾ ਹੈ। ਤੋ ਇਹਦੇ ਬਾਰੇ ਮੈਂ ਬੇਨਤੀ ਕਰ ਰਿਹਾ ਕਿ ਸਵਾਲ ਆਇਆ ਵੀ ਦੱਸੋ ਇਹਦਾ ਅਰਥ ਕੀ ਹੈ, ਵਣਾ ਹੰਬੈ ਕਿਉਂ ਆਉਂਦਾ। ਤੋ ਵਣਾ ਹੰਬੇ ਅੱਖਰ ਕੀ ਹੈ, ਇਹਦਾ ਅਰਥ ਕੀ ਹੈ ਤੇ ਕਿਉਂ ਆਉਂਦਾ।
ਮੈਂ ਬੇਨਤੀ ਕਰ ਰਿਹਾ ਵੀਰ ਤਜਿੰਦਰ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਇਹਦੇ ਤੇ ਚਾਨਣਾ ਪਾਉਣ ਜੀ। ਵੀਰ ਤਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵਣਾ ਹੰਬੇ ਜੋ ਲਫ਼ਜ਼ ਹੈ ਇਹ ਰਾਗ ਮਾਰੂ ਬਾਣੀ ਕਬੀਰ ਜੀ ਕੀ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਕ 1104 ਦੇ ਉੱਪਰ ਸੁਸ਼ੋਭਿਤ ਹੈ। ਇਸ ਸ਼ਬਦ ਦੇ 8 ਬੰਦ ਹਨ ਔਰ 8 ਬੰਦਾਂ ਦੇ ਵਿੱਚ ਹੀ ਇਹ ਜਿਹੜਾ ਲਫ਼ਜ਼ ਵਣਾ ਹੰਬੇ ਜਿਹੜਾ ਹੈ ਉਹ ਬਾਰ-ਬਾਰ ਜਿਹੜਾ ਹੈ ਰਿਪੀਟ ਹੋਇਆ ਹੈ। ਜਿੱਥੇ ਤੱਕ ਲਫ਼ਜ਼ ਵਣਾ ਹੰਬੇ ਹੈ ਇਸ ਦੇ ਬਾਰੇ ਜਿਹੜੀ ਵਿਚਾਰ ਜਿਹੜੀ ਕੀਤੀ ਗਈ ਹੈ ਉਹ ਵਿਦਵਾਨਾਂ ਦੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਸਾਹਮਣੇ ਰੱਖ ਕੇ ਆਪ ਜੀ ਦੇ ਨਾਲ ਇਸ ਦੀ ਵਿਚਾਰ ਕਰਦੇ ਹਾਂ। ਜਿਹੜਾ ਸ਼ਬਦਕੋਸ਼ ਹੈ ਉਹਦੇ ਵਿੱਚ ਜਿਹੜੇ ਵਣਾ ਹੰਬੇ ਨੂੰ ਦੇਖੀਏ ਤਾਂ ਉਹਦਾ ਅਰਥ ਲਿਖਦਾ ਹੈ ਵਣਾ ਬਣਦਾ ਹੈ ਔਰ ਇਹਦੇ ਨਾਲ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਵਰਡ ਲਿਖਿਆ ਹੈ ਰਿਫਰੇਨ। ਔਰ ਜਦੋਂ ਰਿਫਰੇਨ ਦੇ ਅਸੀਂ ਅਰਥ ਇੰਗਲਿਸ਼ ਦੇ ਵਿੱਚ ਦੇਖਦੇ ਹਾਂ ਤਾਂ ਉਸਦਾ ਮਤਲਬ ਹੁੰਦਾ ਹੈ ਰਿਫਰੇਨ ਕੋਰਸ, ਦੀ ਪਾਰਟ ਆਫ ਏ ਸੌਂਗ ਵੇਅਰ ਏ ਸੋਲੋਲਿਸਟ ਇਜ਼ ਜੁਆਇਨਡ ਬਾਈ ਏ ਗਰੁੱਪ ਆਫ ਸਿੰਗਰਸ। ਭਾਵ ਇਹ ਜਿਹੜਾ ਹੈ ਸੰਗੀਤ ਦੇ ਨਾਲ ਇਸ ਦਾ ਤੋਲਕ ਹੈ ਔਰ ਜਿਸ ਵੇਲੇ ਇਸ ਨੂੰ ਗਾਇਆ ਜਾਂਦਾ ਹੈ, ਮਿਲ ਕਰਕੇ ਗਾਇਆ ਜਾਂਦਾ ਹੈ, ਉਸ ਵੇਲੇ ਉਸ ਨੂੰ ਵਣਾ ਹੰਬੇ ਦੇ ਤੌਰ ਦੇ ਉੱਪਰ ਇੱਕ ਇਸ਼ਾਰਾ ਹੁੰਦਾ ਹੈ ਕਿ ਇਸ ਤੁਕ ਨੂੰ ਅਸੀਂ ਸਾਰਿਆਂ ਨੇ ਮਿਲ ਕਰਕੇ ਗਾਉਣਾ ਹੈ। ਭਾਈ ਚਮਕੌਰ ਸਿੰਘ ਬਰਾੜ ਜਿਹੜੇ ਹਨ ਉਹ ਵੀ ਵਿਦਵਾਨ ਹਨ, ਉਹਨਾਂ ਦੇ ਵੀ ਜਿਹੜੀ ਕੰਸਲਟੇਸ਼ਨ ਕੀਤੀ ਗਈ ਉਹਨਾਂ ਨਾਲ, ਤੇ ਉਹਨਾਂ ਨੇ ਵੀ ਇਹਦੇ 2 ਹਿੱਸੇ ਕੀਤੇ ਹਨ। ਵਣਾ ਹੰਬੇ ਇਸ ਦਾ ਅਰਥ ਕੋਈ ਨਹੀਂ ਹੈ, ਇਹ ਇੱਕ ਕਾਵਕ ਰੂਪ ਸ਼ਬਦ ਹੈ ਔਰ ਸਿਰਫ ਇਸ ਦੀਆਂ ਮਾਤਰਾ ਪੂਰਨ ਕਰਨ ਲਈ ਇਸ ਦਾ ਨਿਰਾਰਥਕ ਸ਼ਬਦ ਨਾਲ ਲਾਇਆ ਹੋਇਆ ਹੈ। ਇਸ ਦੇ ਨਾਲ ਹੀ ਭਾਈ ਵੀਰ ਸਿੰਘ ਜੀ ਨੇ ਵੀ ਇਸ ਦੇ ਅਰਥ ਜਿਹੜੇ ਹਨ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਿਨਾਂ ਭਾਵ ਤੋਂ ਅਨੁਭਵ ਦਾ ਨਾਸ ਹੁੰਦਾ ਹੈ। ਬਿਨਾਂ ਹੰਬੇ ਦਾ ਭਾਵ ਉਹਨਾਂ ਨੇ ਨਾਸ ਦੇ ਨਾਲ ਜੋੜ ਦਿੱਤਾ ਹੈ। ਲੇਕਿਨ ਜੇ ਸਾਰੀਆਂ ਤੁਕਾਂ ਦੇ ਉੱਪਰ ਇਸ ਨੂੰ ਅਪਲਾਈ ਕੀਤਾ ਜਾਏ ਤਾਂ ਉਹ ਜਿਹੜਾ ਹੈ ਉਹ ਪੂਰਾ ਨਹੀਂ ਉਤਰਦਾ। ਔਰ ਇੱਥੇ ਭਾਈ ਵੀਰ ਚਮਕੌਰ ਸਿੰਘ ਜੀ ਬਰਾੜ ਜੀ ਨੇ ਭਾਈ ਕਾਹਨ ਸਿੰਘ ਜੀ ਦੇ ਨਾਭਾ ਜਿਹੜੇ ਹਨ ਉਹਨਾਂ ਨੂੰ ਵੀ ਕੰਸਲਟ ਕਰਕੇ ਉਹਨਾਂ ਨੇ ਲਿਖਿਆ ਕਿ ਇਹ ਇੱਕ ਨਿਰਾਰਥਕ ਸ਼ਬਦ ਠੀਕ ਲੱਗਦਾ ਹੈ, ਇਸ ਦਾ ਜੋ ਅਰਥ ਹੈ, ਅਤੇ ਕਾਵਕ ਰੂਪ ਦੀ ਮਾਤਰਾ ਪੂਰਨ ਕਰਨ ਲਈ ਇਸ ਨੂੰ ਲਾਇਆ ਗਿਆ ਹੈ। ਤੋ ਜੋ ਅਸੀਂ ਵਿਚਾਰ ਭਾਈ ਕਾਹਨ ਸਿੰਘ ਜੀ ਨਾਭਾ ਦੇ ਹਨ, ਅਸੀਂ ਉਹਨਾਂ ਵਿਚਾਰਾਂ ਨੂੰ ਹੀ ਲਵਾਂਗੇ ਕਿ ਇਹ ਜਿਹੜੇ ਹਨ ਕਵਿਤਾ ਦਾ ਭਾਰ ਪੂਰਾ ਕਰਨ ਵਾਸਤੇ ਇਹ ਲਫ਼ਜ਼ ਜਿਹੜੇ ਵਣਾ ਹੰਬੇ ਜਿਹੜੇ ਹਨ ਉਹ ਵਰਤੇ ਗਏ ਹਨ। ਇਹਨਾਂ ਦਾ ਕੋਈ ਅਰਥ ਨਹੀਂ ਹੈ। ਜੇ ਅਸੀਂ ਸਾਰੇ ਸ਼ਬਦ ਦਾ ਵੀ ਅਰਥ ਅਸੀਂ ਦੇਖਾਂਗੇ, ਬਿਨ ਪੈ ਅਨੁਭਵ ਹੋਏ ਵਣਾ ਹੰਬੇ, ਤਾਂ ਇਹ ਆਤਮਕ ਝਲਕਾਰੇ ਦੀ ਗੱਲ ਹੈ ਕਿ ਉਹ ਬਿਨਾਂ ਅਨੁਭਵ ਤੋਂ ਪਰਮਾਤਮਾ ਦਾ ਜਿਹੜਾ ਹੈ ਬਿਨਾਂ ਡਰ ਤੋਂ ਪਰਮਾਤਮਾ ਦਾ ਜੋ ਅਨੁਭਵ ਹੈ ਉਹ ਨਹੀਂ ਹੋ ਸਕਦਾ ਹੈ। ਤੋ ਇਸ ਤਰ੍ਹਾਂ 8 ਬੰਦਾਂ ਦੇ ਅੰਦਰ ਹੀ ਅਨੁਭਵ ਕਿਨੇ ਨਾ ਦੇਖਿਆ ਬੈਰਾਗੀ ਅੜੇ ਕਿ ਇਹ ਅਣਜਾਣ ਬੈਰਾਗੀ ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ। ਤੋ ਇਹ ਬੈਰਾਗੀ ਜਿਹੜਾ ਅਰਥ ਬਾਅਦ ਵਿੱਚ ਅਨੁਭਵ ਬਿਨ ਪੈ ਅਨੁਭਵ ਹੋਏ ਵਣਾ ਹੰਬੇ, ਤੋ ਵਣਾ ਹੰਬੇ ਦਾ ਇਹ ਸਿਰਫ ਇੱਕ ਤਵਾਜ਼ਨ ਜਿਹਨੂੰ ਬੈਲੈਂਸ ਕਹਿੰਦੇ ਨੇ ਉਹ ਪੂਰਾ ਕਰਨ ਲਈ ਹੀ ਇਸ ਦਾ ਇਸਤੇਮਾਲ ਹੋਇਆ ਹੈ। ਇੱਥੇ ਹੀ ਡਾਕਟਰ ਸਾਹਿਬ ਸਿੰਘ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦਾ ਅਰਥ ਕੋਈ ਨਹੀਂ ਹੈ, ਜਿਵੇਂ ਫੁਨਹ ਦੀ ਬਾਣੀ ਵਿੱਚ ਵੀ ਲਫ਼ਜ਼ ਹਰਹਾਂ ਆਇਆ ਹੈ ਔਰ ਸ੍ਰੀ ਆਸਾ ਕੀ ਵਾਰ ਦੇ ਅੰਦਰ ਵੀ ਅਸੀਂ ਦੇਖਦੇ ਹਾਂ ਕਿ ਰਾਮ ਰਾਜੇ ਜਿਹੜਾ ਲਫ਼ਜ਼ ਹੈ ਉਹ ਆਇਆ ਹੈ, ਉਹ ਸਿਰਫ ਕਵਿਤਾ ਦੇ ਭਾਵ ਨੂੰ ਪੂਰਾ ਕਰਨ ਵਾਸਤੇ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਕੋਈ ਅਰਥ ਨਹੀਂ ਹੈ। ਇੰਨੀ ਹੀ ਵਿਚਾਰ ਜਿਹੜੀ ਹੈ ਉਹ ਵਿਦਵਾਨਾਂ ਦੇ ਜਿਹੜੇ ਕੰਸਲਟੇਸ਼ਨ ਤੋਂ ਬਾਅਦ ਪਤਾ ਲੱਗੀ ਹੈ ਔਰ ਇਹਦੇ ਨਾਲ ਹੀ ਕੰਸਲਟੇਸ਼ਨ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖੀ ਹੈ। ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗਿਆਨੀ ਗੁਰਚਰਨ ਸਿੰਘ ਜੀ ਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਕੋਸ਼ ਤਿਆਰ ਕੀਤਾ ਹੈ ਉਹਦੇ ਵਿੱਚ ਔਰ ਭਾਈ ਵੀਰ ਸਿੰਘ ਜੀ ਨੇ ਜੋ ਕੀਤੇ ਹਨ ਇਹਨਾਂ ਨੂੰ, ਔਰ ਭਾਈ ਕਾਹਨ ਸਿੰਘ ਜੀ ਦੇ ਨਾਭਾ ਦੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਕੰਸਲਟ ਕੀਤਾ। ਤੋ ਫਾਈਨਲੀ ਇਹ ਬੰਦਾ ਹੈ ਕਿ ਇਹ ਕਵਿਤਾ ਦੇ ਭਾਰ ਨੂੰ ਪੂਰਾ ਕਰਨ ਵਾਸਤੇ ਯੂਜ਼ ਕੀਤਾ ਗਿਆ ਹੈ। ਇਸ ਦਾ ਕੋਈ ਅਰਥ ਜਿਹੜਾ ਹੈ ਉਹ ਨਹੀਂ ਬਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो ये कावक जो है बैलेंस पूरा करने ਲਈ ਵਣਾ ਹੰਬੇ ਲਫ਼ਜ਼ ਵਰਤਿਆ ਔਰ ਬਹੁਤੇ ਵਿਦਵਾਨਾਂ ਨੇ ਇਹੀ ਲਿਖਿਆ। ਧੰਨਵਾਦ ਹੈ ਵੀਰ ਤਜਿੰਦਰ ਸਿੰਘ ਜੀ ਆਪ ਜੀ ਦਾ।
ਆਪ ਜੀ ਨੇ ਇਹਦੇ ਤੇ ਚਾਨਣਾ ਪਾਇਆ। तो आओ साध संगत जी, ਜਿਹੜਾ ਅਗਲਾ ਸਵਾਲ ਸਾਡੇ ਕੋਲ ਆਇਆ ਹੈ ਉਹ ਥੋੜਾ ਜਿਹਾ ਚਰਚਾ ਦਾ ਵਿਸ਼ਾ ਔਰ ਵੱਖ-ਵੱਖ ਵਿਦਵਾਨਾਂ ਨੇ ਆਪੋ ਆਪਣੀ ਵੱਖ-ਵੱਖ ਰਾਏ ਦਿੱਤੀ ਹੈ। तो ਉਹ ਸਵਾਲ ਹੈ ਕਿ ਇਹ ਦੱਸੋ ਕਿ ਦਸਮ ਪਿਤਾ ਪਾਤਸ਼ਾਹ ਜੀ ਦੇ ਕਿਤਨੇ ਵਿਵਾਹ ਹੋਏ ਨੇ। ਮੈਂ ਇਸ ਲਈ ਪਹਿਲੇ ਹੀ ਖਿਮਾ ਆਪ ਪਾਸੋਂ ਮੰਗ ਲੈਣਾ ਕਿ ਇਹ ਥੋੜਾ ਜਿਹਾ ਡਿਸਪਿਊਟਡ ਜਿਹਾ ਵਿਸ਼ਾ ਹੈ। ਵੱਖ-ਵੱਖ ਵਿਦਵਾਨਾਂ ਨੇ ਆਪੋ ਆਪਣੀ ਰਾਏ ਦਿੱਤੀ ਹੈ ਔਰ ਉਸ ਤੋਂ ਇਲਾਵਾ ਵੀ ਜਿਹੜੇ ਆਮ ਸੰਗਤ ਨੇ ਉਹ ਕਈ ਤਰ੍ਹਾਂ ਦੀਆਂ ਵਿਚਾਰਾਂ ਜਾਂ ਡਿਸਕਸ਼ਨਸ ਹੁੰਦੀਆਂ ਨੇ। तो ਇਹ ਸਵਾਲ ਸਾਡੇ ਕੋਲ ਆਇਆ ਤਾਂ ਮੈਂ ਬੇਨਤੀ ਕਰ ਰਿਹਾ ਵੀਰ ਮਨਮੋਹਨ ਸਿੰਘ ਜੀ ਨੂੰ, ਕਿਉਂਕਿ ਉਹਨਾਂ ਦਾ ਇੰਟਰਨੈਟ ਠੀਕ ਨਹੀਂਗਾ ਤੇ ਮੈਂ ਰਿਕਾਰਡਿੰਗ ਆਪ ਨੂੰ ਸੁਣਾ ਰਿਹਾ। ਸਾਰੇ ਗੁਰਮੁਖ ਪਿਆਰੇ ਸਜਣੋ, ਜੋ ਸਵਾਲ ਜੀ ਨੇ ਪੜਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਦੇ ਵਿਆਹ ਬਾਰੇ ਕਿ ਉਹਨਾਂ ਦੇ ਕਿੰਨੇ ਵਿਆਹ ਸਨ, ਅਸਲ ਵਿੱਚ ਆਮ ਸਾਡੀਆਂ ਜੋ ਲਿਖਤਾਂ ਹਨ, ਪੁਰਾਤਨ ਲਿਖਤਾਂ, ਕਿਉਂਕਿ ਇਤਿਹਾਸ ਸਿੱਖਾਂ ਦਾ ਜੋ ਹੈ ਉਹ ਬਾਅਦ ਵਿੱਚ ਲਿਖਿਆ ਗਿਆ, ਉਹਦੇ ਅੰਦਰ ਕਾਫੀ ਗੱਲਾਂ ਦੇ ਵਿੱਚ ਕਾਫੀ ਕੁਝ ਭੁਲੇਖੇ ਜੋ ਹਨ ਪਾਏ ਗਏ ਹਨ। ਬਿਲਕੁਲ ਉਸੇ ਤਰੀਕੇ ਦੇ ਨਾਲ ਗੁਰੂ ਪਾਤਸ਼ਾਹਾਂ ਦੇ ਵਿੱਚ ਜੋ ਵਿਆਹ ਹਨ ਉਹਨਾਂ ਦੇ ਬਾਰੇ ਵਿੱਚ ਵੀ ਵੱਖ-ਵੱਖ ਸਰੋਤਾਂ ਨੇ, ਵੱਖ-ਵੱਖ ਜੋ ਲਿਖਤਾਂ ਨੇ, ਉਹਨਾਂ ਨੇ ਵੱਖ-ਵੱਖ ਹੀ ਜੋ ਹੈ ਲਿਖਣ ਦਾ ਯਤਨ ਕੀਤਾ, ਜਿਹਦੇ ਕਾਰਨ ਕਾਫੀ ਭੁਲੇਖੇ ਜੋ ਹਨ ਪਾਏ ਜਾਂਦੇ ਹਨ। ਆਮ ਕਰਕੇ ਪੁਰਾਤਨ ਲਿਖਤਾਂ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹਨਾਂ ਦੇ 3 ਵਿਆਹ ਜੋ ਹਨ ਉਹ ਦਰਸਾਏ ਜਾਂਦੇ ਹਨ, ਪਰ ਜੋ ਨਵੀਨ ਖੋਜਾਂ ਹਨ ਉਹ ਇਹਦੇ ਨਾਲ ਸਹਿਮਤ ਨਹੀਂ, ਜੋ ਨਵੀਨ ਲਿਖਾਰੀ ਹਨ ਉਹ ਇਹਦੇ ਨਾਲ ਸਹਿਮਤ ਨਹੀਂ। ਪਰ ਸਾਰੇ ਇੱਕ ਮਤ ਹੋ ਕੇ ਇੱਕ ਗੱਲ ਦੇ ਬਾਰੇ ਵਿੱਚ ਜੋ ਅਸੀਂ ਪੜ੍ਹਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਸਨ 1684 ਸੰਮਤ 1741 ਵਿੱਚ ਜੋ ਸੀ ਉਹ ਮਾਤਾ ਜੀਤੋ ਜੀ ਨਾਲ ਹੋਇਆ। ਮਾਤਾ ਜੀਤਾ ਜੀ ਦੇ ਪਿਤਾ ਭਾਈ ਰਾਮ ਸ਼ਰਨ ਜੀ ਲਾਹੌਰ ਦੇ ਰਹਿਣ ਵਾਲੇ ਸਨ। ਉਹਨਾਂ ਲਾਹੌਰ ਵਿੱਚ ਹੀ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ। ਸਤਿਗੁਰਾਂ ਲਈ ਲਾਹੌਰ ਜਾਣਾ ਸੰਭਵ ਨਹੀਂ ਸੀ, ਸੋ ਅਨੰਦਪੁਰ ਦੇ 7 ਕੋ ਉੱਤਰ ਵਾਲੇ ਪਾਸੇ ਵਿਆਹ ਦੀ ਰਸਮ ਜੋ ਸੀ ਉਹ ਕੀਤੀ ਗਈ। ਇਹ ਥਾਂ ਗੁਰੂ ਕਾ ਲਾਹੌਰ ਕਰਕੇ ਜਾਣੀ ਜਾਂਦੀ ਹੈ। ਹੁਣ ਇਸੇ ਸਰੋਤ ਦੇ ਨਾਲ ਜਦੋਂ ਅਸੀਂ ਬਾਕੀ ਸਰੋਤਾਂ ਨੂੰ ਵੀ ਪੜ੍ਹਦੇ ਹਾਂ, ਹੋਰ ਵੀ ਜੋ ਪੁਰਾਤਨ ਸਾਡੇ ਕੋਲ ਲਿਖਤਾਂ ਹਨ, ਉਹਨਾਂ ਦੇ ਵਿੱਚ ਆਮ ਕਰਕੇ ਜੋ ਕੁਝ ਵਿਦਵਾਨ ਹਨ ਉਹ ਇਹ ਮੰਨਦੇ ਹਨ ਕਿ ਮਾਤਾ ਜੀਤੋ ਜੀ ਉਹਨਾਂ ਦਾ ਪਿਓਕੇ ਦਾ ਨਾਂ ਸੀ ਅਤੇ ਗੁਰੂ ਪਾਤਸ਼ਾਹ ਦੇ ਘਰ ਮਤਲਬ ਸਹੁਰੇ ਘਰ ਆ ਕੇ ਨਾਂ ਜੋ ਸੀ ਉਹ ਬਦਲ ਕੇ ਮਾਤਾ ਸੁੰਦਰੀ ਜੀ ਰੱਖਿਆ ਗਿਆ। ਵੈਸੇ ਵੀ ਅਸੀਂ ਆਪਣੇ ਜੀਵਨ ਕਾਲ ਦੇ ਅੰਦਰ ਵੀ ਦੇਖਿਆ ਕਿ ਕਿਸੇ ਵੀ ਇਸਤਰੀ ਦਾ ਵਿਆਹ ਹੋਣ ਤੋਂ ਬਾਅਦ, ਬੱਚੀ ਦਾ ਵਿਆਹ ਹੋਣ ਤੋਂ ਬਾਅਦ ਪਿਓਕਾ ਨਾਂ ਜੋ ਸੀ ਉਹਨੂੰ ਬਦਲ ਕੇ ਸਹੁਰਿਆਂ ਦੇ ਘਰ ਦੇ ਵਿੱਚ ਦੂਜਾ ਨਾਂ ਰੱਖਿਆ ਜਾਂਦਾ ਸੀ। ਜੋ ਸਾਡੇ ਨਵੀਨ ਸਰੋਤ ਹਨ ਜਾਂ ਲਿਖਾਰੀ ਹਨ ਉਹ ਇਹ ਕਹਿੰਦੇ ਹਨ ਕਿ ਮਾਤਾ ਜੀ ਮਾਤਾ ਜੀਤੋ ਜੀ ਸਨ ਅਤੇ ਉਹਨਾਂ ਦਾ ਨਾਂ ਗੁਰੂ ਪਾਤਸ਼ਾਹ ਦੇ ਘਰ ਆ ਕੇ ਮਾਤਾ ਸੁੰਦਰੀ ਜੀ ਜੋ ਸੀ ਉਹ ਰੱਖਿਆ ਗਿਆ। ਪਰ ਕੁਝ ਜੋ ਇਤਿਹਾਸਕਾਰ ਹਨ, ਜੋ ਪੁਰਾਤਨ ਸਰੋਤ ਹਨ, ਉਹ ਇਹ ਗੱਲ ਮੰਨਦੇ ਹਨ ਨਹੀਂ, ਮਾਤਾ ਜੀਤੋ ਜੀ ਵੱਖਰੇ ਸਨ ਅਤੇ ਮਾਤਾ ਸੁੰਦਰੀ ਜੀ ਜੋ ਹਨ ਉਹ ਬਿਲਕੁਲ ਵੱਖਰੇ ਸਨ। ਪਰ ਜਦੋਂ ਅਸੀਂ ਨਵੀਨ ਸਰੋਤਾਂ ਦੀ ਗੱਲ ਕਰਦੇ ਹਾਂ ਤੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ, ਇਹ ਇੱਕੋ ਮਾਤਾ ਜੀ ਸਨ। ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਕਿ ਸਾਡੇ ਇਤਿਹਾਸ ਦੇ ਅੰਦਰ ਬਹੁਤ ਕੁਝ ਜੋ ਹੈ ਰਲਗੜ ਕਰਨ ਦਾ ਯਤਨ ਕੀਤਾ ਗਿਆ ਹੈ, ਜਿਹਦੇ ਕਾਰਨ ਹਾਲਾਂ ਵੀ ਸਾਨੂੰ ਜੋ ਹੈ ਇਤਿਹਾਸਕ ਸੋਧ ਦੀ ਜ਼ਰੂਰਤ ਹੈ। ਇਹਦੀ ਜੋ ਹੈ ਖੋਜ ਕਰਕੇ ਇਹਦੇ ਉੱਤੇ ਜ਼ਰੂਰ ਜੋ ਹੈ ਸੋਧ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜੋ ਤੀਜੇ ਵਿਆਹ ਦੀ ਗੱਲ, ਕੋਈ ਸਰੋਤ ਤੀਜਾ ਮੰਨਦੇ ਨੇ, ਕੋਈ ਦੂਜਾ ਮੰਨਦੇ ਨੇ, ਉਹ ਮਾਤਾ ਸਾਹਿਬ ਕੌਰ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਦੂਜਾ ਵਿਆਹ ਆਮ ਕਰਕੇ ਜੋ ਨੇ ਉਹ ਮੰਨਿਆ ਜਾਂਦਾ ਹੈ। ਇਹ ਜ਼ਿਲ੍ਹਾ ਜ਼ਿਲਮ ਪਾਕਿਸਤਾਨ ਨਗਰ ਰੋਹਤਾਸ ਦੇ ਭਾਈ ਰਾਮੂ ਜੀ ਦੀ ਬੇਟੀ ਸਨ। ਸਾਹਿਬ ਦੇਵੀ ਇਹਨਾਂ ਦਾ ਨਾਂ ਸੀ, ਜੋ ਅੰਮ੍ਰਿਤ ਛਕਣ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਰੱਖਿਆ ਗਿਆ। ਇਹ ਵਿਆਹ ਜੋ ਹੈ ਲਿਖਾਰੀ ਜੋ ਨੇ ਸੰਮਤ 1757 ਸਨ 1700 ਵਿੱਚ ਹੋਇਆ ਜੋ ਹਨ ਉਹ ਦੱਸਦੇ ਹਨ। ਪਰ ਇਹਦੇ ਬਾਰੇ ਵਿੱਚ ਵੀ ਇਹ ਮੰਨਿਆ ਜਾਂਦਾ ਹੈ, ਕੋਈ ਸਰੋਤ ਇਹ ਦੱਸਦੇ ਹਨ ਕਿ ਇਹਨਾਂ ਦੇ ਪਿਤਾ ਜੀ, ਉਹਨਾਂ ਦੇ ਘਰ ਦੇ ਅੰਦਰ ਕੋਈ ਔਲਾਦ ਨਹੀਂ ਸੀ ਤੇ ਉਹ ਗੁਰੂ ਘਰ ਵਿੱਚ ਆਏ, ਅਰਦਾਸ ਬੇਨਤੀ ਕੀਤੀ ਤੇ ਉਹਨਾਂ ਦੇ ਘਰ ਦੇ ਅੰਦਰ 2 ਬੱਚਿਆਂ ਨੇ ਜਨਮ ਲਿਆ, ਜਿਹਦੇ ਵਿੱਚ ਇੱਕ ਮਾਤਾ ਸਾਹਿਬ ਕੌਰ ਜੀ ਸਨ। ਤੇ ਇਹ ਵਿਆਹ ਆਮ ਕਰਕੇ ਦੱਸਿਆ ਜਾਂਦਾ ਹੈ ਕਿ ਆਮ ਵਿਆਹ ਵਰਗਾ ਨਹੀਂ ਸੀ, ਕਿਉਂਕਿ ਗੁਰੂ ਪਾਤਸ਼ਾਹ ਦੇ ਕੋਲ ਜਦੋਂ ਭਾਈ ਰਾਮੂ ਜੀ ਸੰਮਤ 1757 ਨੂੰ ਇਲਾਕੇ ਦੀ ਸੰਗਤ ਦੇ ਨਾਲ ਅਨੰਦਪੁਰ ਸਾਹਿਬ ਆਏ, ਦੀਵਾਨ ਵਿੱਚ ਉਹਨਾਂ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਮੇਰੀ ਪੁੱਤਰੀ ਸਾਹਿਬ ਦੇਵੀ ਨਾਲ ਆਪ ਜੀ ਵਿਆਹ ਜੋ ਹੈ ਕਰਨਾ ਪ੍ਰਵਾਨ ਕਰ ਲਓ, ਕਿਉਂਕਿ ਅਸੀਂ ਮਨ ਦੇ ਵਿੱਚ ਇਹ ਧਾਰ ਲਿਆ ਸੀ ਕਿ ਇਸ ਬੱਚੀ ਦਾ ਵਿਆਹ ਜੋ ਹੈ ਉਹ ਆਪ ਜੀ ਦੇ ਨਾਲ ਹੀ ਕਰਵਾਉਣਾ ਹੈ। ਅਤੇ ਇਹ ਗੱਲ ਉਹਨਾਂ ਨੇ ਬੇਨਤੀ ਕੀਤੀ ਕਿ ਇਹ ਬਾਲੜੀ ਹੀ ਸੀ ਤੇ ਅਸੀਂ ਇਸ ਨੂੰ ਮਨ ਦੇ ਵਿੱਚ ਇਹ ਗੱਲ ਧਾਰ ਲਈ ਸੀ ਤੇ ਇਲਾਕੇ ਦੀ ਸਾਰੀ ਜੋ ਸੰਗਤ ਹੈ ਉਹ ਇਹਨਾਂ ਨੂੰ
ਮਾਤਾ ਜੀ ਕਰਕੇ ਬੁਲਾਉਂਦੀ ਹੈ, ਕਿਉਂਕਿ ਉਹਨਾਂ ਨੂੰ ਜੋ ਅਸੀਂ ਮਨ ਦੇ ਅੰਦਰ ਧਾਰਿਆ ਹੋਇਆ ਸੀ ਉਹਦੇ ਬਾਰੇ ਵਿੱਚ ਪਤਾ ਹੈ, ਤੇ ਸਾਰੇ ਇਹਨਾਂ ਨੂੰ ਮਾਤਾ ਜੀ ਕਰਕੇ ਹੀ ਬੁਲਾਉਂਦੇ ਹਨ। ਇਸ ਕਰਕੇ ਸਾਡੀ ਬੇਨਤੀ ਹੈ ਕਿ ਇਹਨਾਂ ਦਾ ਵਿਆਹ ਹੋਰ ਕਿਤੇ ਨਹੀਂ ਹੋ ਸਕਦਾ, ਇਹਨਾਂ ਦਾ ਵਿਆਹ ਆਪ ਜੀ ਦੇ ਨਾਲ ਹੀ ਕਰਾਉਣਾ ਹੈ। ਇਸ ਦੇ ਉੱਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ ਕਿ ਭਾਈ ਨਹੀਂ, ਅਸੀਂ ਇਹ ਵਿਆਹ ਨਹੀਂ ਕਰਵਾ ਸਕਦੇ, ਕਿਉਂਕਿ ਸਾਡਾ ਪਹਿਲਾਂ ਹੀ ਜੋ ਹੈ ਉਹ ਆਨੰਦ ਕਾਰਜ ਵਿਆਹ ਹੋ ਚੁੱਕਿਆ ਹੈ। ਸਤਿਗੁਰੂ ਜੀ ਦੇ ਇਨਕਾਰ ਕਰਨ ਦੇ ਉੱਤੇ ਭਾਈ ਰਾਮ ਜੀ ਨੇ ਬੇਨਤੀ ਕੀਤੀ ਕਿ ਫਿਰ ਇਹਨਾਂ ਦਾ ਵਿਆਹ ਹੋਰ ਕਿਤੇ ਵੀ ਤੇ ਨਹੀਂ ਹੋ ਸਕਦਾ, ਇਲਾਕੇ ਦੀਆਂ ਸੰਗਤਾਂ ਜੋ ਨੇ ਇਹਨਾਂ ਨੂੰ ਮਾਤਾ ਜੀ ਕਰਕੇ ਮੰਨਦੀਆਂ ਹਨ। ਤੇ ਉਸ ਵੇਲੇ ਮਾਤਾ ਸਾਹਿਬ ਕੌਰ ਜੀ ਜੋ ਸਨ, ਉਹਨਾਂ ਨੇ ਵੀ ਆਪਣੀ ਮਨ ਦੀ ਇਹੋ ਇੱਛਾ ਪ੍ਰਗਟ ਕਰਾਈ ਕੀਤੀ ਕਿ ਮੈਂ ਕਿਤੇ ਹੋਰ ਆਨੰਦ ਕਾਰਜ ਜਾਂ ਵਿਆਹ ਨਹੀਂ ਕਰਾਉਣਾ, ਮੈਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੀ ਰਹਿਣਾ ਹੈ, ਮੈਂ ਤੁਹਾਡੇ ਚਰਨਾਂ ਦੇ ਵਿੱਚ ਹੀ ਰਵਾਂਗੀ। ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤੇ, ਚੰਗਾ ਫਿਰ ਇਹ ਸਾਰੇ ਖਾਲਸੇ ਦੀ ਮਾਤਾ ਬਣੀ ਰਹੇ, ਅਸੀਂ ਖਾਲਸਾ ਪੰਥ ਇਸ ਦੀ ਝੋਲੀ ਵਿੱਚ ਪਾਉਂਦੇ ਹਾਂ, ਇਹ ਮਾਤਾ ਦੀ ਤਰ੍ਹਾਂ ਖਾਲਸਾ ਪੰਥ ਦੀ ਸੇਵਾ ਕਰੇ ਤੇ ਆਪਣੇ ਜੀਵਨ ਜੋ ਹੈ ਅਕਾਲ ਪੁਰਖ ਦੀ ਭਗਤੀ ਵਿੱਚ ਗੁਜ਼ਾਰ ਲਵੇ। ਉਸੇ ਦਿਨ ਤੋਂ ਉਹਨਾਂ ਨੂੰ ਸਾਰਾ ਜੋ ਸਿੱਖ ਸਨ ਉਹ ਮਾਤਾ ਜੀ ਦੇ ਰੂਪ ਵਿੱਚ ਹੀ ਦੇਖਣਾ ਸ਼ੁਰੂ ਹੋ ਗਿਆ, ਤੇ ਉਹਨਾਂ ਨੂੰ ਮਾਤਾ ਜੀ ਕਰਕੇ ਹੀ ਬੁਲਾਉਂਦੇ ਸਨ, ਕਿਉਂਕਿ ਪਹਿਲਾਂ ਉਹਨਾਂ ਨੂੰ ਆਪਣੇ ਇਲਾਕੇ ਦੇ ਅੰਦਰ ਹੀ, ਹੁਣ ਸਾਰਾ ਜੋ ਸਿੱਖ ਜਗਤ ਸੀ ਉਹਨਾਂ ਨੂੰ ਮਾਤਾ ਕਰਕੇ ਹੀ ਜਾਣਨ ਲਗਾ। ਉਸੇ ਦਿਨ ਤੋਂ ਅੰਮ੍ਰਿਤ ਛਕਾਉਣ ਸਮੇਂ ਅੰਮ੍ਰਿਤ ਛਕਣ ਵਾਲਿਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ, ਮਾਤਾ ਜੋ ਨੇ ਮਾਤਾ ਸਾਹਿਬ ਕੌਰ ਜੀ ਹਨ। ਜਦੋਂ ਅੰਮ੍ਰਿਤ ਦੀ ਖੰਡੇ ਦੀ ਪੌਲ ਗੁਰੂ ਪਾਤਸ਼ਾਹ ਨੇ ਤਿਆਰ ਕਰਵਾਈ ਸੀ ਤਾਂ ਉਸ ਵੇਲੇ ਇਤਿਹਾਸਕ ਸਰੋਤਾਂ ਮੁਤਾਬਕ ਮਾਤਾ ਸਾਹਿਬ ਕੌਰ ਜੀ ਤੋਂ ਉਹਦੇ ਵਿੱਚ ਜੋ ਸਨ ਅੰਮ੍ਰਿਤ ਦੇ ਵਿੱਚ ਜੋ ਸਨ ਉਹ ਪਤਾਸੇ ਪਵਾਏ ਗਏ ਸਨ, ਅਤੇ ਉਹਨਾਂ ਨੂੰ ਗੁਰੂ ਪੰਥ ਦੀ ਮਾਤਾ ਹੋਣ ਦਾ ਜੋ ਸੀ, ਪੰਥ ਖਾਲਸੇ ਦੀ ਮਾਤਾ ਹੋਣ ਦਾ ਜੋ ਸੀ ਉਹ ਮਾਣ ਬਖਸ਼ਿਆ ਗਿਆ ਸੀ। ਗੁਰੂ ਪਾਤਸ਼ਾਹ ਨੇ ਇਹ ਮਹਾਨ ਕਾਰਜ ਕਰਕੇ ਉਹਨਾਂ ਨੂੰ ਸਦੀਵੀ ਤੌਰ ਦੇ ਉੱਤੇ ਜੀਵਤ ਕਰ ਦਿੱਤਾ, ਅਮਰ ਕਰ ਦਿੱਤਾ, ਅਤੇ ਅੱਜ ਦਿਨ ਤੱਕ ਜਿੱਥੇ ਵੀ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ, ਖੰਡੇ ਦੀ ਪੌਲ ਛਕਾਈ ਜਾਂਦੀ ਹੈ, ਉੱਥੇ ਬਿਲਕੁਲ ਇਹ ਗੱਲ ਦ੍ਰਿੜ ਕਰਵਾਈ ਜਾਂਦੀ ਹੈ ਕਿ ਅੱਜ ਤੋਂ ਬਾਅਦ ਤੁਹਾਡੀ ਜ਼ਾਤ, ਕੁਲ, ਵਰਨ ਸਭ ਕੁਝ ਜੋ ਹੈ ਨਾਸ਼ ਹੋ ਗਿਆ ਹੈ। ਸਤਿਗੁਰੂ ਦੇ ਘਰ ਦੇ ਅੰਦਰ ਤੁਸੀਂ ਜਨਮ ਲਿਆ, ਅੱਜ ਤੋਂ ਬਾਅਦ ਤੁਹਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ, ਧਰਮ ਦੀ ਮਾਤਾ ਮਾਤਾ ਸਾਹਿਬ ਕੌਰ ਜੀ, ਅਤੇ ਤੁਸੀਂ ਵਾਸੀ ਆਨੰਦਪੁਰ ਦੇ ਹੋ ਗਏ ਹੋ। ਆਪ ਸਾਰੇ ਇੱਕੋ ਧਾਗੇ ਦੇ ਅੰਦਰ ਪਰੋਏ ਗਏ ਹੋ, ਤੁਹਾਡੇ ਅੰਦਰ ਏਕਾ ਜੋ ਹੈ ਅੱਜ ਤੋਂ ਬਾਅਦ ਹੈ, ਤੁਹਾਡੇ ਵਿੱਚ ਕੋਈ ਭੇਦ ਭਾਵ ਨਹੀਂ। ਇਹ ਇੱਕ ਬਹੁਤ ਵੱਡੀ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸੀ। ਸੋ ਜੋ ਕਰ ਚੁੱਕੇ ਹਾਂ ਕਿ ਵੱਖ-ਵੱਖ ਇਤਿਹਾਸਕ ਸਰੋਤ ਵੱਖ-ਵੱਖ ਰਾਏ ਦੇ ਰਹੇ ਨੇ। ਪੁਰਾਤਨ ਇਤਿਹਾਸਕ ਸਰੋਤਾਂ ਦੇ ਅੰਦਰ ਵੀ ਜੋ ਨੇ ਉਹ ਭੁਲੇਖੇ ਨੇ, ਕੁਝ ਗੱਲਾਂ ਇੱਕ ਸਰੋਤ ਦੇ ਅੰਦਰ ਠੀਕ ਨੇ, ਕੁਝ ਵਿੱਚ ਮਿਲਾਵਟ ਹੋ ਜਾਂਦੀਆਂ ਨੇ, ਕੋਈ ਦੂਜਾ ਸਰੋਤ ਕੁਝ ਗੱਲਾਂ ਠੀਕ ਲਿਖਦਾ, ਕੁਝ ਮਿਲਾਵਟ ਹੋ ਜਾਂਦੀਆਂ ਨੇ, ਜਾਂ ਜੋ ਨੇ ਉਹ ਗੁਰਮਤਿ ਦੇ ਆਸ਼ੇ ਅਨੁਸਾਰ ਨਹੀਂ ਹੁੰਦੀਆਂ। ਸੋ ਇਸ ਕਰਕੇ ਜਿੰਨੀ ਕੋ ਮੈਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ, ਪਰ ਬੇਨਤੀ ਇੱਕ ਜ਼ਰੂਰ ਕਰਾਂਗਾ ਕਿ ਸਾਨੂੰ ਗੁਰੂ ਪਾਤਸ਼ਾਹ ਵੱਲੋਂ ਦਰਸਾਇਆ ਹੋਇਆ ਮਾਰਗ, ਜੋ ਸਤਿਗੁਰਾਂ ਨੇ ਸਾਨੂੰ ਸਿਧਾਂਤ ਦਿੱਤੇ, ਜੋ ਸਾਡੇ ਉੱਤੇ ਕਰਮ ਤੇ ਬਖਸ਼ਿਸ਼ ਕੀਤੀ, ਸਾਨੂੰ ਉਸ ਵਾਲੇ ਪਾਸੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਇਹ ਗੱਲਾਂ ਜੋ ਨੇ ਇਹਨਾਂ ਨੂੰ ਅਸੀਂ ਇੱਕ ਪਾਸੇ ਰੱਖ ਦਈਏ ਕਿ ਭਾਈ ਕਿਤਨੇ ਵਿਆਹ ਸਨ ਜਾਂ ਕੀ ਕਿਸੇ, ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਜਿਨ੍ਹਾਂ ਨੇ ਸਵਾਲ ਕੀਤਾ ਉਹਨਾਂ ਦੀ ਕੋਈ ਭਾਵਨਾ ਗਲਤ ਹੈ। ਮੈਂ ਬੇਨਤੀ ਕਰ ਰਿਹਾ ਕਿ ਇਹ ਜੋ ਇਤਿਹਾਸਕ ਸਰੋਤ ਵੱਖਰੇ ਵੱਖਰੇ ਨੇ, ਕਿਉਂਕਿ ਵੱਖਰੇ ਵੱਖਰੇ ਇਤਿਹਾਸਕ ਸਰੋਤਾਂ ਵਿੱਚ ਵੱਖ-ਵੱਖ ਚੀਜ਼ਾਂ ਲਿਖ ਕੇ ਭੁਲੇਖੇ ਜੋ ਨੇ ਉਹ ਖੜੇ ਹੋ ਗਏ ਨੇ ਸਾਡੇ ਵਾਸਤੇ, ਅਤੇ ਇਹਨਾਂ ਭੁਲੇਖਿਆਂ ਦੇ ਕਾਰਨ ਹੀ ਸਾਡੇ ਵਿੱਚ ਵੰਡ ਪੈਂਦੀ ਹੈ। ਕੋਈ ਇੱਕ ਜੋ ਸਰੋਤ ਦੇ ਨਾਲ ਖੜਾ ਹੋ ਜਾਂਦਾ, ਇੱਕ ਗੱਲ ਨੂੰ ਸੱਚੀ ਕਰਕੇ ਮੰਨ ਲੈਂਦਾ, ਦੂਜਾ ਉਸ ਨੂੰ ਮੰਨਣ ਵਾਸਤੇ ਤਿਆਰ ਨਹੀਂ, ਅਤੇ ਸਾਡੀ ਸਿਆਣਪ ਵੀ ਇੰਨੀ ਨਹੀਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਆਪਸੀ ਏਕਤਾ, ਪਿਆਰ ਭਾਵਨਾ ਬਣਾ ਕੇ ਰੱਖੀ। ਅਸੀਂ ਇਹਨਾਂ ਗੱਲਾਂ ਦੇ ਉੱਤੇ ਹੀ ਵੰਡੇ ਜਾਂਦੇ ਹਾਂ। ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਗੁਰੂ ਪਾਤਸ਼ਾਹ ਵੱਲੋਂ ਜੋ ਕੀਤੇ ਹੋਏ ਪਰਉਪਕਾਰ ਨੇ, ਜੋ ਸਾਡੇ ਵਾਸਤੇ ਉਹਨਾਂ ਨੇ ਸੰਸਾਰ ਦੇ ਅੰਦਰ ਆਪ ਦੁੱਖ ਸਹੇੜੇ ਨੇ, ਕੁਰਬਾਨੀਆਂ ਕੀਤੀਆਂ ਨੇ, ਸਾਨੂੰ ਜੋ ਮਾਣ ਸਤਿਕਾਰ ਬਖਸ਼ਿਆ, ਜੋ ਸਾਨੂੰ ਸਰਦਾਰੀ ਬਖਸ਼ੀ, ਜੋ ਸਾਨੂੰ ਸਿਧਾਂਤ ਬਖਸ਼ੇ, ਸਾਨੂੰ ਜੋ ਇੱਕ ਅਕਾਲ ਪੁਰਖ ਦੇ ਲੜ ਲਾਇਆ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵਿਚਾਰਧਾਰਾ ਸਾਨੂੰ ਦਰਸਾ ਰਹੀ ਹੈ, ਅਸੀਂ ਉਹਦੇ ਉੱਤੇ ਹੀ ਪੈਰਾ ਦਈਏ, ਉਹਦੇ ਵਿੱਚ ਹੀ ਗੁਰੂ ਦੀ ਖੁਸ਼ੀ ਹੈ। ਜੇ ਕਦੇ ਗੁਰੂ ਪਾਤਸ਼ਾਹ ਦੇ ਜੋ ਦੱਸੇ ਹੋਏ ਸਿਧਾਂਤ ਨੇ ਉਹਨਾਂ ਨੂੰ ਅਸੀਂ ਪਕੜ ਕੇ ਚੱਲਾਂਗੇ, ਜੋ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਉਹਨਾਂ ਨੂੰ ਚੇਤੇ ਰੱਖ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੋਚਾਂਗੇ, ਫਿਰ ਹੀ ਗੁਰੂ ਦੀਆਂ ਖੁਸ਼ੀਆਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ, ਕਿਉਂਕਿ ਇਤਿਹਾਸ ਜੋ ਹੈ ਸਾਡਾ ਉਹ ਵੱਖ-ਵੱਖ ਸਰੋਤ ਲੋਕਾਂ ਨੇ ਲਿਖਿਆ, ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਲਿਖਿਆ, ਵੱਖ-ਵੱਖ ਜੋ ਸੀ ਉਹ ਭਾਵਨਾ ਰੱਖਣ ਵਾਲਿਆਂ ਲੋਕਾਂ ਨੇ ਲਿਖਿਆ, ਆਪਣੇ-ਆਪਣੇ ਤਰੀਕੇ ਨਾਲ ਲਿਖਿਆ ਵੀ ਬਾਅਦ ਦੇ ਵਿੱਚ ਗਿਆ। ਉਹਦੇ ਕਾਰਨ ਬਹੁਤ ਵੱਡੇ ਭੁਲੇਖੇ ਜੋ ਨੇ ਇਹਨਾਂ ਗੱਲਾਂ ਦੇ ਖੜੇ ਕਰ ਦਿੱਤੇ ਗਏ ਨੇ। ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਅਸੀਂ ਗੁਰੂ ਪਾਤਸ਼ਾਹ ਵੱਲੋਂ ਕੀਤੀਆਂ ਹੋਈਆਂ ਕੁਰਬਾਨੀਆਂ, ਜੋ ਸਾਨੂੰ ਉਹਨਾਂ ਨੇ ਮਾਰਗ ਤੇ ਸਿਧਾਂਤ, ਜੇ ਕਿਤੇ ਕਿਸੇ ਕੋਲ ਇਹਦੇ ਵਾਸਤੇ ਹੋਰ ਕੋਈ ਪੱਕੀ ਜਾਣਕਾਰੀ ਹੈ ਉਹ ਜ਼ਰੂਰ ਸਾਂਝੀ ਕਰਨ, ਤੇ ਬੇਨਤੀ ਵੀ ਕਰਾਂਗਾ ਕਿ ਸਾਰੇ ਹਮਲਾ ਕਰੀਏ। ਸਾਡੀਆਂ ਕੇਂਦਰ ਜਥੇਬੰਦੀਆਂ, ਜੋ ਕੇਂਦਰੀ ਧਾਰਮਿਕ ਜਥੇਬੰਦੀਆਂ ਨੇ, ਜੋ ਸਰਵਉੱਚ ਸਾਡੀਆਂ ਧਾਰਮਿਕ ਜਥੇਬੰਦੀਆਂ ਜਾਂ ਧਾਰਮਿਕ ਸ਼ਖਸੀਅਤਾਂ ਨੇ,
ਉਹਨਾਂ ਨੂੰ ਵੀ ਇਸ ਵਾਸਤੇ ਮਜਬੂਰ ਕਰੀਏ ਕਿ ਉਹ ਇੱਕ ਚੰਗਾ ਬੋਰਡ ਪੈਨਲ ਬਣਾ ਕੇ ਸਿੱਖ ਇਤਿਹਾਸ ਦੀ ਖੋਜ ਕਰਕੇ ਉਹਦੇ ਵਿੱਚ ਜੋ ਚੀਜ਼ਾਂ ਗੁਰਮਤ ਦੇ ਵਿਰੁੱਧ ਨੇ ਜਾਂ ਜੋ ਸੱਚਾਈਆਂ ਨੇ ਉਹਨਾਂ ਨੂੰ ਹੀ ਪ੍ਰਵਾਨ ਕਰਨ। ਗੁਰਮਤ ਵਿਰੋਧ ਚੀਜ਼ਾਂ ਜੋ ਨੇ, ਗੱਲਾਂ ਜੋ ਨੇ, ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਪੰਥ ਜੋ ਹੈ ਉਹ ਇੱਕ ਥਾਂ ਦੇ ਉੱਤੇ ਇਕੱਠਾ ਹੋ ਸਕੇ। ਨਹੀਂ ਤਾਂ ਬਹੁਤੇ ਸਾਡੀ ਆਪਸੀ ਵੰਡ ਜੋ ਹੈ ਉਹ ਅੱਜ ਸਾਹਿਤਕ ਤੌਰ ਦੇ ਉੱਤੇ ਵੀ ਹੈ, ਇਸ ਚੀਜ਼ ਦਾ ਦੁਸ਼ਮਣ ਫਾਇਦਾ ਲੈ ਰਿਹਾ ਤੇ ਅਸੀਂ ਰੋਜ਼ ਵੰਡੇ ਜਾ ਰਹੇ ਹਾਂ। ਹੋਈ ਬਾਤ ਕੱਟ ਲਈ ਖਿਮਾ ਕਰ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬਹੁਤ ਸੁੰਦਰ ਗੱਲ ਕਹੀ ਹੈ ਕਿ ਸਾਨੂੰ ਸਾਰੀ એનર્ਜੀ ਜਿਹੜੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਫਿਲਾਸਫੀ ਹੈ ਉਹਨੂੰ ਸਮਝਣ ਤੇ ਜੀਵਨ ਬਣਾਉਣ ਚ ਲਾਣੀ ਚਾਹੀਦੀ। ਇਹ ਜਿਹੜੇ ਇਤਿਹਾਸਕ ਸਰੋਤ ਨੇ ਵੀਰ ਜੀ ਨੇ ਡਿਟੇਲ ਦੱਸ, ਇਤਿਹਾਸ ਦੇ ਵਿੱਚ ਬਹੁਤ ਸਾਰਾ ਰਲਗੜ ਹੈ, ਇੱਕ ਨੇ ਅਨੇਕਾਂ ਰਲਗੜ ਨੇ, ਤੇ ਇਸ ਕਰਕੇ ਠੀਕ ਹੈ ਕਿ ਜਿਹੜੀ ਸਿਰਮੌਰ ਜਥੇਬੰਦੀ ਹੈ ਜਿੱਥੇ ਉਹਦਾ ਫਰਜ਼ ਬਣਦਾ ਹੈ ਉਹ ਇਹਨਾਂ ਨੂੰ ਠੀਕ ਕਰਾਵੇ, ਪਰ ਆਮ ਸੰਗਤ ਦਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜ਼ਿਆਦਾ ਇਹ ਠੀਕ ਹੈ ਕਿ ਸਾਨੂੰ ਸੂਚਨਾ ਹੋਣੀ ਚਾਹੀਦੀ, ਇਨਫੋਰਮੇਸ਼ਨ ਹੋਣੀ ਚਾਹੀਦੀ ਆਪਣੇ ਇਤਿਹਾਸ ਬਾਰੇ ਵੀ, ਮੈਂ ਨਹੀਂ ਕਹਿੰਦਾ, ਪਰ ਐਟ ਦੀ ਸੇਮ ਟਾਈਮ ਇਹ ਹੈ ਕਿ ਅਸੀਂ ਸਾਰਾ ਜ਼ੋਰ ਇਸ ਪਾਸੇ ਲਾ ਕੇ ਤੇ ਆਪਾਂ ਗੁਰਬਾਣੀ ਤੋਂ ਦੂਰ ਨਾ ਹੋਈਏ। ਦੇਖੋ ਜ਼ਿੰਦਗੀ ਬੜੀ ਲਿਮਟਿਡ ਹੈ ਔਰ ਇਹਦੇ ਵਿੱਚ ਕਰਨ ਨੂੰ ਬੜਾ ਕੁਛ ਹੈ, ਤਾਂ ਉਹਦੇ ਲਈ ਸਭ ਤੋਂ ਬੈਸਟ ਜਿਹੜਾ ਲਾਈਟ ਹਾਊਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੀ એનર્ਜੀ ਉੱਧਰ ਲਾਈਏ ਔਰ ਆਪਣਾ ਸਮਾਂ ਉੱਧਰ ਲਾਈਏ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕੇ ਆਪ ਸਮਝੀਏ ਤੇ ਬਾਕੀ ਹੋ ਸਕੇ ਤੇ ਬਾਕੀਆਂ ਨੂੰ ਸਮਝਾਈਏ। ਵੀਰ ਮਨਮੋਹਨ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਚੈਟ ਵੀ ਵੀਰ ਜੀ ਨੇ ਲਿਖਿਆ ਮਨਮੋਹਨ ਸਿੰਘ ਜੀ ਦੀ ਆਡੀਓ ਨੂੰ ਗਰੁੱਪ ਵਿੱਚ ਪਾ ਦਿਓ। ਅਸਲ 'ਚ ਥੋੜੀ ਜਿਹੀ ਜਿਹੜੀ YouTube ਤੇ ਅਪਲੋਡ ਹੁੰਦਾ ਵੀਰ ਰਣਜੀਤ ਸਿੰਘ ਜਿਵੇਂ ਦੱਸਦੇ ਨੇ, ਉਹ ਚਰਨਜੀਤ ਸਿੰਘ ਜੀ ਪਹਿਲੇ ਕਰਦੇ ਸਨ, ਹੁਣ ਆਪਣੇ ਸਰਵਿਸ ਵਿੱਚ ਉਹਨਾਂ ਨੂੰ ਜਾਣ ਕਰਕੇ ਸਮਾਂ ਨਹੀਂ ਮਿਲਦਾ, ਤਾਂ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਜਲਦੀ ਹੋ ਜਾਏਗਾ ਇਹਨਾਂ ਨੂੰ ਆਪਾਂ YouTube ਤੇ ਸਾਰੇ ਹੀ ਰੋਜ਼ਾਨਾ ਦੇ ਪ੍ਰੋਗਰਾਮ ਪਾਉਣੇ ਅਸੀਂ ਕਮਿਟਡ ਹਾਂ ਔਰ ਪਾਵਾਂਗੇ। ਤਾਂ ਧੰਨਵਾਦ ਵੀਰ ਜੀ ਮਨਮੋਹਨ ਸਿੰਘ ਆਪ ਜੀ ਦਾ ਇੱਕ ਵਾਰੀ ਫੇਰ। ਤਾਂ ਭੈਣ ਗੁਰਚਰਨ ਕੌਰ ਜੀ ਦਾ ਇੱਕ ਆਇਆ ਕਿ ਦਰਪਣ ਵਿੱਚ ਥਾਲ ਹਿਰਦੇ ਲਈ ਗੱਲ ਕੀਤੀ ਹੈ, ਤਾਂ ਇਹ ਆਪ ਜੀ ਦਾ ਜੋ ਸੁਝਾਅ ਹੈ ਇਹ ਨੋਟ ਕਰ ਲਿਆ ਗਿਆ ਔਰ ਪੈਨਲ ਵਿੱਚ ਡਿਸਕਸ ਕਰਕੇ ਅਗਲੇ ਹਫ਼ਤੇ ਫੇਰ ਆਪ ਦੇ ਰੂਬਰੂ ਹੋਵਾਂਗੇ। ਤਾਂ ਭੈਣ ਗੁਰਚਰਨ ਕੌਰ ਜੀ ਆਪ ਜੀ ਦਾ ਧੰਨਵਾਦ। ਇੱਕ ਹੋਰ ਭੈਣ ਜੀ ਵੱਲੋਂ ਸਵਾਲ ਆਇਆ ਜਿਹੜਾ ਸਾਡੇ ਸੁਸਾਇਟੀ ਲਈ ਬੜਾ ਜ਼ਰੂਰੀ ਹੈ। ਉਹਨਾਂ ਨੇ ਗੱਲ ਪੁੱਛੀ ਹੈ ਕਿ ਵਿਆਹਾਂ ਸ਼ਾਦੀਆਂ 'ਚ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ। ਮੈਂ ਰਿਪੀਟ ਕਰ ਰਿਹਾ ਕਿ ਵਿਆਹਾਂ ਸ਼ਾਦੀਆਂ 'ਚ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ, ਇਹ ਭੈਣ ਜੀ ਨੇ ਪੁੱਛਿਆ ਔਰ ਸਵਾਲ ਬੜਾ ਅਹਿਮ। ਉਹਦਾ ਕਾਰਨ ਇਹ ਹੈ ਕਿ ਅੱਜ ਅਸੀਂ ਦੇਖਦੇ ਹਾਂ ਕਿ ਵਿਆਹਾਂ ਸ਼ਾਦੀਆਂ ਜਾਂ ਇਹੋ ਜਿਹੇ ਜਿਹੜੇ ਫੰਕਸ਼ਨਸ ਨੇ ਉਹਨਾਂ ਤੇ ਅਸੀਂ ਇੰਨਾ ਜ਼ਿਆਦਾ ਟਾਈਮ ਵੀ ਲਾਉਂਦੇ ਹਾਂ ਔਰ ਇੰਨਾ ਜ਼ਿਆਦਾ ਪੈਸਾ ਵੀ ਲਾਉਂਦੇ ਹਾਂ, ਤੇ ਜਿੱਥੇ ਅਸੀਂ ਪੈਸੇ ਦੀ ਮਤਲਬ ਵੀ ਬੇਪਰਵਾਹੀ ਨਾਲ ਖਰਚ ਕਰਦੇ ਹਾਂ ਉੱਥੇ ਅਸੀਂ ਆਪਣਾ ਟਾਈਮ ਜਿਹੜਾ ਹੈ ਉਹ ਵੀ ਬੜਾ ਲਾਉਂਦੇ ਹਾਂ। ਔਰ ਖਾਸ ਕਰਕੇ ਜੇ ਆਪਾਂ ਕੁਐਸਚਨ ਵਿਆਹ ਦੇ ਸੰਬੰਧ 'ਚ ਵਿਆਹਾਂ ਦੇ ਵਿੱਚ ਤਾਂ ਹੁਣ ਜੋ ਤੇ ਸਾਡੀ ਮਰਿਆਦਾ ਕਹਿੰਦੀ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ, ਪਰ ਅੱਜ ਜੋ ਹੋ ਰਿਹਾ, ਮੈਂ ਇੱਕ ਦੇਸ਼ ਵਿੱਚ ਕੁਛ ਚਿਰ ਮੈਂ ਉੱਥੇ ਰਿਹਾ ਥਾਈਲੈਂਡ, ਤੇ ਉੱਥੇ ਇਹ ਗੱਲ ਕਾਫੀ ਪੁਰਾਣੀ ਹੋ ਗਈ ਹੈ ਤੇ ਹੋ ਸਕਦਾ ਮੈਂ ਵੀ ਮਤਲਬ ਦੁਨੀਆ ਦੇ ਨਾਲ ਨਹੀਂ ਚੱਲ ਰਿਹਾ, ਮੈਂ ਬਹੁਤ ਪਿਛੜ ਪਾ ਰਿਹਾ, ਬੈਕਵਰਡ ਹਾਂ। ਪਰ ਉੱਥੇ ਮੈਂ ਦੇਖਿਆ ਕਿ 1 ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ ਪ੍ਰੋਗਰਾਮ, ਅੱਜ ਇਹ ਹੈ ਜੀ, ਅੱਜ ਉਹ ਹੈ ਜੀ, ਇੱਕ ਮਹੀਨਾ ਪ੍ਰੋਗਰਾਮ ਚੱਲਦੇ ਨੇ ਔਰ ਇੰਨਾ ਪੈਸਾ ਖਰਚ ਕੀਤਾ ਜਾਂਦਾ ਹੈ, ਉਹ ਮੇਰੀ ਸਮਝ ਵਿੱਚ ਨਹੀਂ ਆਇਆ। ਸੋ ਬੇਨਤੀ ਕਰਦੇ ਹਾਂ ਕਿ ਸਾਨੂੰ ਇਹਨਾਂ ਜਿੰਨੀਆਂ ਵੀ ਸਾਡੀਆਂ ਰਸਮਾਂ ਨੇ ਇਹ ਜ਼ਰੂਰ ਮਨਾਈਏ, ਉਤਸ਼ਾਹ ਨਾਲ ਮਨਾਈਏ, ਪਰੰਤੂ ਜਿਹੜੀ ਸਾਨੂੰ ਸਾਦਗੀ ਗੁਰੂ ਨਾਨਕ ਨੇ ਦਿੱਤੀ ਹੈ, ਮਨ ਦੀ ਸਾਦਗੀ ਦਿੱਤੀ ਹੈ, ਉੱਥੇ ਸਾਨੂੰ ਦੁਨਿਆਵੀ ਤੌਰ ਤੇ ਵੀ ਅਡੰਬਰ ਨਹੀਂ ਕਰਨੇ ਚਾਹੀਦੇ। ਕਾਰਜ ਕਰੀਏ ਪਰ ਅਡੰਬਰ ਨਾ ਕਰੀਏ। ਪਰ ਅੱਜ ਦੇਖਣ 'ਚ ਆਇਆ ਕਿ ਵਿਆਹਾਂ ਸ਼ਾਦੀਆਂ ਤੇ ਇੰਨੇ ਜ਼ਿਆਦਾ ਖਰਚੇ ਹੁੰਦੇ ਨੇ ਕਿ ਆਪਾਂ ਆਮ ਆਦਮੀ ਦੇਖ ਕੇ ਹੈਰਾਨ ਹੋ ਜਾਂਦਾ ਹੈ ਵੀ ਇੰਨਾ ਪੈਸਾ ਕਿਉਂ ਖਰਚ ਕੀਤਾ ਜਾਵੇ। ਮੈਨੂੰ ਖਿਮਾ ਕਰਨਾ, ਮੈਂ ਤੁਹਾਡਾ ਸਮਾਂ ਲੈ ਰਿਹਾ। ਪਿੱਛੇ ਜੇ ਕੋਈ ਸਾਲ 1.5 ਸਾਲ ਪਹਿਲੇ ਮੈਂ ਇੱਕ ਟੀਵੀ ਟਾਕ ਸ਼ੋਅ 'ਚ ਗੱਲ ਕਰ ਰਿਹਾ ਸੀ ਵਿਆਹਾਂ ਬਾਰੇ, ਤਾਂ ਉੱਥੇ ਜਿਸ ਵੇਲੇ ਮੈਂ ਸੁਝਾਅ ਦਿੱਤਾ ਕਿ ਸਾਨੂੰ ਵਿਆਹ ਜਿਹੜੇ ਨੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ, ਤਾਂ ਮੈਨੂੰ ਇੱਕ ਕਾਲਰ ਨੇ ਪੁੱਛਿਆ, ਕਹਿਣ ਲੱਗਾ ਮਹਾਰਾਜ ਜੇ ਸਾਡੇ ਕੋਲ ਮਾਇਆ ਹੈਗੀ ਹੈ ਤੇ ਖਰਚੀਏ ਕਿਉਂ ਨਾ। ਮੈਂ ਉਹਨੂੰ ਕਿਹਾ ਜੀ ਗੱਲ ਤੇ ਤੁਹਾਡੀ ਠੀਕ ਹੈ, ਜੇ ਸਤਿਗੁਰੂ ਨੇ ਤੁਹਾਨੂੰ ਮਾਇਆ ਦਿੱਤੀ ਹੈ ਜ਼ਰੂਰ ਖਰਚੋ, ਪਰ ਮੇਰੀ ਇੱਕ ਬੇਨਤੀ ਹੈ ਵੀ ਸਾਨੂੰ ਗੁਰੂ ਦਾ ਹੁਕਮ ਵੀ ਹੈ, ਜੇ ਆਪਾਂ ਗੁਰੂ ਨਾਨਕ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਤੇ ਸਾਨੂੰ ਹੁਕਮ ਹੈ ਕਿ ਆਪਣੀ ਕਿਰਤ ਕਮਾਈ ਚੋਂ ਦਸਵੰਧ ਜਿਹੜਾ ਉਹ ਕੱਢਣਾ ਜ਼ਰੂਰੀ ਹੈ, ਉਹ ਦਸਵੰਧ ਲੋੜਵੰਦਾਂ ਤੇ ਖਰਚ ਕਰੋ। ਮੈਂ ਕਿਹਾ ਜੇਕਰ ਤੁਸੀਂ ਕਿਵੇਂ ਕਰਨਾ ਜੀ, ਇੱਕ ਬੈਂਕਟ ਹਾਲ ਤੇ ਤੁਸੀਂ ਆਪੇ
ਕਹਿੰਦੇ ਵੀ ਲੱਖ ਰੁਪਈਆ ਲੱਗ ਜਾਂਦਾ, $1,00,000 ਲੱਗ ਜਾਂਦਾ ਹੈ। ਜੇਕਰ $1,00,000 ਤੁਸੀਂ ਇੱਕ ਫੰਕਸ਼ਨ ਤੇ ਲਾਣਾ ਤੇ ਉਹਦਾ ਦਸਵੰਧ $10,000 ਬਣਦਾ ਹੈ, ਉਹ ਕਿਸੇ ਲੋੜਵੰਦ ਨੂੰ ਵੀ ਦਿਓ। ਤੇ ਮੈਂ ਕਿਹਾ ਮੈਨੂੰ ਲੱਗਦਾ ਹੈ ਉੱਥੇ ਤੇ $200 ਵੀ ਦੇਣ ਲੱਗਿਆ ਹੈ, ਬੰਦਾ ਸੋਚਦਾ ਦੱਸ ਵੀ ਇਹ ਕਿਵੇਂ ਹੋ ਗਿਆ। ਸੋ ਇਸ ਕਰਕੇ ਜੇ ਖਰਚ ਕਰਨੇ ਨੇ ਤੇ ਸੋਚ ਸਮਝ ਕੇ ਕਰੀ। ਮੈਨੂੰ ਖਿਮਾ ਕਰਨਾ, ਮੈਂ ਥੋੜਾ ਜਿਹਾ ਸਮਾਂ ਆਪ ਜੀ ਦਾ ਜ਼ਿਆਦਾ ਲੈ ਗਿਆ। ਮੈਂ ਉਹ ਭੈਣ ਜੀ ਦਾ ਸਵਾਲ ਸੀ ਕਿ ਕੀ ਨਹੀਂ ਕਰਨਾ ਚਾਹੀਦਾ, तो मेरे सामने सिख रहत मर्यादा ये, क्योंकि साडा संविधान है, ये जो लिखा है वो सिख हर सिख नूं मनना उहदा फर्ज है। ये उन्होंने लिखा कि आनंद कारज तो पहला कुड़माई की रस्म जरूरी नहीं, पर जे करनी होवे तो लड़की वाले किसी दिन संगत जोड़ के श्री गुरु ग्रंथ साहिब जी हजूर अरदासा सोध के एक कृपान कड़ा ते कुछ मिठा लड़के दे पल्ले पा देण। ये है साडा संविधान। पर असीं की करदे हां, ਇਹ ਆਪ ਸਭ ਨੂੰ ਪਤਾ ਹੈ, ਮੈਂ ਉਸ ਪਾਸੇ ਨਾ ਜਾਵਾਂ। ਤੇ ਹੋਰ ਜਿਹੜੀਆਂ ਕੰਮ ਨਹੀਂ ਕਰਨੇ ਨਾ ਪੁੱਛੇ, ਉਹ ਆਪਾਂ ਬੈਟਰ ਇਹ ਹੈ ਕਿ ਬਜਾਏ ਆਪਣਾ ਕੋਈ ਵਿਚਾਰ ਦੇਣ ਦੇ, ਇਹ ਮਰਿਆਦਾ ਮੈਂ ਪੜ੍ਹ ਕੇ ਸੁਣਾ ਦੇਣਾ। ਜਿਹੜੇ ਕੰਮ ਨਹੀਂ ਕਰਨੇ, ਸਿਹਰਾ ਲਾਉਣਾ, ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਬਈ ਨਾਲ ਨਾਲ ਆਪਾਂ ਇਹ ਵੀ ਆਪਣੇ ਵਿਚਾਰੀਏ ਕਿ ਅਸੀਂ ਜੋ ਨਾ ਜਿਹੜੇ ਵਿਆਹਾਂ ਨੂੰ ਅਟੈਂਡ ਕਰਦੇ ਹਾਂ ਜਾਂ ਜਿਹੜੇ ਆਪਣੇ ਘਰਾਂ ਜਾਂ ਰਿਸ਼ਤੇਦਾਰੀਆਂ 'ਚ ਹੁੰਦੇ ਨੇ, ਉੱਥੇ ਕਿਤੇ ਇਹ ਕੰਮ ਨਹੀਂ ਹੋ ਰਹੇ ਜਿਹੜੇ ਸਾਨੂੰ ਮਰਿਆਦਾ 'ਚ ਮਨਾ ਕੀਤੇ ਨੇ। सेहरा, मुकट जा गाना बनना, पितर पूजने, कच्ची रस्सी च पैर पाउणा, बेरी जा जंडी कटनी, घड़ोली भरनी। हुण इहदा नाम शायद अजकल जागो पै गया, घड़ोली भरनी। घड़ोली भरनी, रुस के जाना, छंद पढ़ने, हवन कराना, वेदी गढ़नी। अगला ध्यान देना जी, वेशवा दा नाच। अगला है शराब आदि मनमत है। ये गल्लां सानू मर्यादा विच मना ने कि असां ये काम नहीं करने। और एक गल अगे होर भी लिखी है कि जितने थोड़े आदमी लड़की वाला मंगावे उतने ही लैके जाने। ये सारे कहने का मतलब यह है कि बड़े अडंबर जिहड़े आपां करदे हां वो नहीं करने चाहिए। साध संगत जी संकोच करिए, जेकर विद्वानां ने या विचारवानां ने इस रहत मर्यादा नूं बनाउण लग्या 13 साल लाए सीगे, तां इहदा मतलब यह है कि उन्होंने कई पक्ष सोच के साडी सिख संगत की अगवाई की है ਤੇ ਸਾਨੂੰ ਇਹਦੀ ਅਗਵਾਈ ਜਿਹੜੀ ਹੈ ਲੈਣੀ ਚਾਹੀਦੀ ਹੈ। तो कोशिश होनी चाहिए है कि इन्हां ਜਿਹੜੀਆਂ ਗੱਲਾਂ ਮਰਿਆਦਾ ਸਾਨੂੰ ਮਨਾ ਕੀਤੀਆਂ ਇਹ ਨਾ ਕਰੀਏ। ਪਰ ਅੱਜ ਦੇਖਣ 'ਚ ਕੀ ਆਉਂਦਾ ਹੈ, ਬਹੁਤ ਗਿਣਤੀ ਜਿਹੜੀ ਹੈ ਉੱਥੇ ਸ਼ਰਾਬ ਦਾ ਦੌਰ ਤਾਂ ਚੱਲਦਾ ਹੀ ਚੱਲਦਾ ਹੈ। ਇਹ ਸ਼ਾਇਦ ਇੱਕ ਫੈਸ਼ਨ ਜਿਹਾ ਬਣ ਗਿਆ। ਬਾਕੀ ਜਿਹੜਾ ਨਾਚ ਗਾਣਾ ਉਹਨਾਂ ਨੇ ਲਫ਼ਜ਼ ਭਾਵੇਂ ਦੂਜਾ ਲਿਖਿਆ, ਪਰ ਕਿਉਂਕਿ ਹਰੇਕ ਬੱਚੀ ਸਾਡੀ ਧੀ ਭੈਣ, ਤੇ ਇਸ ਕਰਕੇ ਉਹ ਨਾਚ ਗਾਣਾ ਜਿਹੜਾ ਆਪਾਂ ਪ੍ਰੋਫੈਸ਼ਨਲ ਬੁਲਾ ਕੇ ਕਰਾਉਂਦੇ ਆ, ਮਰਿਆਦਾ ਵਿੱਚ ਮਨਾ। ਅੱਗੋਂ ਸਾਧ ਸੰਗਤ ਨੇ ਆਪ ਸੋਚਣਾ। ਤਾਂ ਭੈਣ ਜੀ ਦਾ ਸਵਾਲ ਆਇਆ ਸੀ, ਮੈਂ ਉੱਤਰ ਦੇ ਦਿੱਤਾ। ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਦੇ ਸ਼ੰਕੇ ਵੀ ਖੜੇ ਹੋ ਸਕਦੇ ਨੇ, ਉਹਦੇ ਲਈ ਮੈਂ ਆਪ ਪਾਸੋਂ ਖਿਮਾ ਮੰਗਦਾ। ਔਰ ਮੈਂ ਤਾਂ ਉਹਨਾਂ ਕੀ ਕਿਹਾ ਜਿਹੜਾ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ। ਤਾਂ ਸਾਧ ਸੰਗਤ ਜੀ, ਆਪ ਜੀ ਦਾ ਹੁਣ ਸਮਾਂ ਕਿਉਂਕਿ ਹੋ ਗਿਆ, ਮੈਂ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਉਚਾਰਨ ਪੱਖ ਵਾਲੇ ਜਿਹੜੇ ਸਵਾਲ 2-3 ਨੇ, ਉਹ ਕਿਉਂਕਿ ਗਿਆਨੀ ਜੀ ਦੀ ਅੱਜ ਸਿਹਤ ਠੀਕ ਨਹੀਂ, ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਤੇ ਇਸ ਕਰਕੇ ਉਹ ਆਪਾਂ ਨਹੀਂ ਲੈ ਸਕੇ। ਜਿਨ੍ਹਾਂ ਦੇ ਸਵਾਲ ਨੇ ਮੈਂ ਉਹਨਾਂ ਪਾਸੋਂ ਖਿਮਾ ਮੰਗਦਾ। ਤੋ ਅੱਜ ਦੀ ਇਹ ਜੋ ਵਿਚਾਰ ਚੱਲੀ ਹੈ ਸਾਧ ਸੰਗਤ ਜੀ, ਇਹਦੇ 'ਚ ਕਰਦੇ ਆ ਕਈ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਤਰੁੱਟੀਆਂ ਹੋ ਗਈਆਂ ਹੋਣਗੀਆਂ, ਉਹਨਾਂ ਦੀ ਆਪਸ ਵਿੱਚ ਖਿਮਾ ਮੰਗਦਾ। ਸਾਰੇ ਪੈਨਲ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਬੜੀ ਮਿਹਨਤ ਕਰਕੇ ਇਹਨਾਂ ਦੇ ਉੱਤਰ ਲੱਭ ਕੇ ਵਿਚਾਰ ਕਰਕੇ ਭੇਜਦੇ ਨੇ। ਮੈਂ ਤਾਂ ਤੁਹਾਡੇ ਸਾਹਮਣੇ ਕੇਵਲ ਰੱਖਦਾ ਹੀ ਹਾਂ। ਉਹਨਾਂ ਦਾ ਵੀ ਧੰਨਵਾਦ ਹੈ, ਸੰਗਤ ਦਾ ਵੀ ਧੰਨਵਾਦ ਹੈ। ਤੋ ਫਿਰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਵੱਧ ਤੋਂ ਵੱਧ ਸਵਾਲ ਭੇਜੋ। ਮੈਂ ਪਿਛਲੇ ਦੇ ਕਿਹਾ ਸੀਗਾ ਬਈ ਅਸੀਂ ਮਤਲਬੀ ਹਾਂ। ਉਹ ਕਿਉਂ? ਕਿਉਂਕਿ ਸਵਾਲ ਆਉਂਦੇ ਨੇ ਤੇ ਫਿਰ ਸਾਨੂੰ ਆਪਣਾ ਸਮਾਂ ਕੱਢ ਕੇ ਅਸੀਂ ਉਹਨਾਂ ਦਾ ਲੱਭਣ ਦਾ ਯਤਨ ਕਰਦੇ ਹਾਂ। ਉਹਦੇ ਨਾਲ ਸਾਨੂੰ ਬਹੁਤ ਫਾਇਦਾ ਹੋ ਰਿਹਾ, ਸਾਡੇ ਗਿਆਨ ਵਿੱਚ ਬਹੁਤ ਵਾਧਾ ਹੋ ਰਿਹਾ। ਤੋ ਇਹਦੇ ਲਈ ਆਪ ਸਾਡੇ ਆਪ ਸਭ ਧੰਨਵਾਦ ਦੇ ਪਾਤਰ ਹੋ। ਮੈਂ ਬੇਨਤੀ ਕਰਾਂਗਾ ਕਿ ਇਸੇ ਤਰ੍ਹਾਂ ਕਿਰਪਾ ਕਰਕੇ ਗੁਰਬਾਣੀ, ਸਿੱਖ ਇਤਿਹਾਸ, ਮਰਿਆਦਾ ਬਾਰੇ ਜੋ ਵੀ ਆਪਣੇ ਮਨ ਸਵਾਲ ਆਵੇ, ਕਿਰਪਾ ਕਰਕੇ ਜਲਦੀ ਤੋਂ ਜਲਦੀ ਕਿਸੇ ਵੀ ਪੈਨਲ ਮੈਂਬਰ ਨੂੰ ਲਿਖ ਦੇਣ ਦੀ ਕਿਰਪਾਲਤਾ ਕਰਿਆ ਕਰੋ ਜੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।